नरमल गुड़ा जी पहुंचे ने, उन्होंने बहुत बहुत धन्यवाद। लकी स्टूडियो जो लाइव दिखा रहे हैं अज का। उस तो इलावा मेरा वीर MK ज़्यादा पढ़ाओ। जेकर तुहाडे घर विच एक धी भी ज़्यादा पढ़ी होएगी तो वो अपनी आने वाली पीढ़ियां को ज़्यादा पढ़ाऊगी। सो सारिਆਂ ਨੂੰ बेनती है सारे माता पिता ਨੂੰ कि अपने बच्चों को जरूर पढ़ाओ ताकि वो बड़े होकर उच्चियां पदवियां प्राप्त करन। बाबा साहब अंबेडकर जी कहते सी कि जे आप तुसी अपने घर विच एक कुड़ी को पढ़ाओगे वो आने वाली कितनियां पीढ़ियां को पढ़ाऊगी। ते प्लीज गिव एजुकेशन टू गर्ल्स एंड मैं बच्चों को यही कहना चाहती हाँ अपने आप में विश्वास रखो एंड 100% दो हर एक चीज़ में, क्योंकि कदे भी आपकी मेहनत कदे भी व्यर्थ नहीं जाती। जिदा बाबा साहब जी ने पूरी लगन के नाल अज इन्नी वड्डी हो है ना उन्होंने पदवी ते आ ते उन्होंने तो आपां नूं कुछ ना कुछ सीखना चाहिए ते आपां नूं भी वड्डी तो वड्डी पदवी नूं हासिल करना चाहिए। तो लास्ट में मैं तुहानूं यही कहना चाहती हाँ, ये मत कहो किसी से, ये मत कहो किसी से मेरी मुश्किलें बड़ी हैं, इन मुश्किलों से कह दो मेरा जज्बा बड़ा है। ये मत कहो किसी से मेरी मुश्किलें बड़ी हैं, इन मुश्किलों से कह दो मेरा जज्बा बड़ा है, मेरा जज्बा बड़ा है। थैंक यू सो मच। ਤੁਹਾਡੇ ਨਾਲ ਆਪਣੇ ਥੋੜੇ ਜਿਹੇ ਵਿਚਾਰ ਸਾਂਝੇ ਕਰਾਂਗਾ। ਸਭ ਤੋਂ ਪਹਿਲਾਂ ਤਾਂ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ 131ਵੇਂ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ। ਤੇ ਇਸ ਦੇ ਨਾਲ ਹੀ ਇੱਕ ਸਾਡੇ ਮਹਾਂਪੁਰਸ਼ ਹੋਰ ਉਹਨਾਂ ਦਾ ਵੀ ਜਨਮ ਦਿਨ ਸੀ 11 ਅਪ੍ਰੈਲ। ਉਹਨਾਂ ਦਾ ਨਾਮ ਸੀ ਮਹਾਤਮਾ ਜੋਤੀਰਾਓ ਫੂਲੇ। ਉਹਨਾਂ ਦਾ ਵੀ ਸਮਾਜ ਨੂੰ ਬਹੁਤ ਦੇਣ ਹੈ, ਜਿਨ੍ਹਾਂ ਨੂੰ ਕਿ ਬਾਬਾ ਸਾਹਿਬ ਡਾਕਟਰ ਅੰਬੇਡਕਰ ਆਪਣੇ ਤੀਜੇ ਗੁਰੂ ਮੰਨਦੇ ਸੀ। ਇਸ ਤੋਂ ਬਾਅਦ ਮੈਂ ਕੁਝ ਗੱਲਾਂ ਜੋ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹੁੰਦਾ ਕਿ ਅਸੀਂ ਪਿੱਛੇ ਜਿਹੇ ਅਸੀਂ ਨੰਗਲ ਗਏ ਸੀ, ਉੱਥੇ ਪ੍ਰੋਗਰਾਮ ਸੀ ਤੇ ਅੱਜ ਅਸੀਂ ਸੋਹਣ ਸਿੰਘ ਜੀ ਜਿਹੜੇ ਸਾਡੇ ਸਮਾਜ ਦੇ ਲੇਖਕ ਆ, ਬੁੱਧੀਜੀਵੀ ਵਰਗ ਦੇ ਜੋ ਸਾਨੂੰ ਦਿਸ਼ਾ ਨਿਰਦੇਸ਼ ਦਿੰਦੇ ਆ ਸਮਾਜ ਨੂੰ, ਉਹ ਸਾਡੇ ਵਿੱਚ ਤਾਂ ਨਹੀਂ ਪਰ ਉਹ ਗੱਲਾਂ ਸਾਂਝੀਆਂ ਕਰ ਰਹੇ ਸੀ ਕਿ ਬਾਬਾ ਸਾਹਿਬ ਫਿਕਰਾਂ ਦੇ ਵਿੱਚ ਹੀ ਮਰ ਗਏ, ਪਰ
ਜਿਸ ਤਰ੍ਹਾਂ ਕਿਤੇ ਮਾਂ ਬਾਪ ਨੂੰ ਫਿਕਰ ਹੁੰਦਾ ਵੀ ਮੈਂ ਜਾਂਦਾ ਜਾਂਦਾ ਆਪਣੀ ਔਲਾਦ ਦੇ ਨਾਲ ਆਹ ਚੀਜ਼ ਲਿਖ ਜਾਵਾਂ, ਆਹ ਕਰ ਜਾਵਾਂ, ਉਹਨਾਂ ਦਾ ਕੰਮ ਆ। ਪਰ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੂੰ ਇਹ ਫਿਕਰ ਨਹੀਂ ਸੀ। ਉਹਨਾਂ ਨੂੰ ਫਿਕਰ ਸੀ ਕਿ ਮੈਂ ਸਮਾਜ ਲਈ ਮੈਨੂੰ ਹੋਰ ਮੇਰੀ ਜ਼ਿੰਦਗੀ ਹੋਣੀ ਚਾਹੀਦੀ ਹੈ ਕਿ ਤਾਂ ਕਿ ਮੈਂ ਰਹਿੰਦਾ ਕੰਮ ਜਿਹੜਾ ਸਮਾਜ ਦਾ ਉਹ ਵੀ ਪੂਰਾ ਕਰ ਜਾਵਾਂ। ਇਸ ਤੋਂ ਬਿਨਾਂ ਬਾਬਾ ਸਾਹਿਬ ਦੇ ਫਿਕਰ ਜਿਹੜੇ ਜਦੋਂ 25 ਨਵੰਬਰ 1949 ਜਦੋਂ ਆਪਣਾ ਸੰਵਿਧਾਨ ਬਣਿਆ ਔਰ ਸੰਵਿਧਾਨ ਸਭਾ ਦੇ ਵਿੱਚ 26 ਨਵੰਬਰ ਨੂੰ ਉਹ ਪੇਸ਼ ਕਰਨਾ ਸੀ, ਤਾਂ ਉਹਨਾਂ ਨੇ ਜਦੋਂ ਸਾਰਾ ਕੁਝ ਦੱਸਿਆ ਕਿ ਸੰਵਿਧਾਨ 'ਚ ਦੇਰੀ ਕਿਉਂ ਹੋਈ, ਕੀ ਕਾਰਨ ਸੀ, ਤੇ ਉਸ ਤੋਂ ਬਾਅਦ ਉਹਨਾਂ ਨੇ ਐਂਡ ਵਿੱਚ ਕਿਹਾ ਵੀ ਮੈਨੂੰ ਹੋਰ ਵੀ ਬਹੁਤ ਫਿਕਰ ਆ। ਉਹ ਫਿਕਰ ਕੀ ਸੀ ਵੀ ਦੇਸ਼ ਪਹਿਲਾਂ ਵੀ ਆਜ਼ਾਦ ਹੋਇਆ ਸੀ ਤੇ ਇਹ ਆਜ਼ਾਦੀ ਮੈਨੂੰ ਡਰ ਆ ਕਿ ਇਹ ਹਮੇਸ਼ਾ ਵਾਸਤੇ ਸ਼ਾਇਦ ਨਹੀਂ ਰਹੂਗੀ, ਤੇ ਪਹਿਲਾਂ ਵੀ ਲੋਕਤੰਤਰ ਸੀ ਇੱਥੇ ਉਸ ਦੇ ਟਾਈਮ ਤੇ, ਪਰ ਉਹਨਾਂ ਦਾ ਇਹ ਵੀ ਇੱਕ ਦੂਸਰਾ ਫਿਕਰ ਸੀ ਕਿ ਸ਼ਾਇਦ ਇਹ ਫਿਰ ਸਾਡਾ ਲੋਕਤੰਤਰ ਮਤਲਬ ਸਾਡੇ ਹੱਥਾਂ ਵਿੱਚੋਂ ਨਿਕਲ ਨਾ ਜਾਵੇ। ਇਸ ਕਰਕੇ ਜੋ ਬਾਬਾ ਸਾਹਿਬ ਦੇ ਫਿਕਰ ਆ, ਸਾਡੇ ਉਹੀ ਕੰਮ ਆ, ਅਸੀਂ ਉਹੀ ਕੰਮ ਜਿਹੜੇ ਅਧੂਰੇ ਕੰਮ ਆ ਉਹਨਾਂ ਨੂੰ ਲੱਗਦੇ ਸੀ ਕਿ ਮੈਂ ਪੂਰੇ ਨਹੀਂ ਕਰ ਸਕਿਆ ਜਾਂ ਜੋ ਮੈਂ ਅਧਿਕਾਰ ਲੈ ਕੇ ਦਿੱਤੇ ਕਿਤੇ ਖੁਸ਼ ਨਾ ਜਾਣ। ਇਸ ਲਈ ਸਾਨੂੰ ਬੜੀ ਮੈਨੂੰ ਖੁਸ਼ੀ ਹੋ ਰਹੀ ਹੈ ਕਿ ਇੱਥੇ ਗੈਦਰਿੰਗ ਜਿਹੜੀ ਕਾਫੀ ਅੱਛੀ ਗੈਦਰਿੰਗ ਹੈ। ਔਰ ਆ ਜੋ ਬੱਚੇ ਬੈਠੇ ਆ, ਇਹ ਵੀ ਜੋ ਅਸੀਂ ਕਰ ਰਹੇ ਹਾਂ ਆਪਣੇ ਸਮਾਜ ਲਈ, ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਇਹਨਾਂ ਨੂੰ ਜਾਗਰੂਕ ਕਰੀਏ। ਕੱਲ੍ਹ ਨੂੰ ਇਹਨਾਂ ਨੇ ਵੀ ਬੈਠੇ, ਇਹਨਾਂ ਦੇ ਦਿਮਾਗ 'ਤੇ ਬਹੁਤ ਅਸਰ ਹੋ ਰਿਹਾ ਜੋ ਅਸੀਂ ਗੱਲਬਾਤ ਕਰ ਰਹੇ ਹਾਂ। ਕੱਲ੍ਹ ਨੂੰ ਇਹਨਾਂ ਨੇ ਅੱਗੇ ਆ ਕੇ ਇਸ ਨੂੰ ਸੰਭਾਲਣਾ। ਔਰ ਅਸੀਂ ਪਿੱਛੇ ਜਿਹੇ ਬੱਚਿਆਂ ਵਾਸਤੇ ਨਾ ਟੈਸਟ ਕਰਾਉਂਦੇ ਹੁੰਦੇ ਸੀ ਪ੍ਰਬੁੱਧ ਭਾਰਤ ਫਾਊਂਡੇਸ਼ਨ ਵੱਲੋਂ। ਉਹ ਕਰੋਨਾ ਕਰਕੇ ਕੁਝ ਟਾਈਮ ਲਈ ਉਹ ਨਹੀਂ ਕਰਾ ਸਕੇ। ਹੁਣ ਅਸੀਂ 28 ਅਗਸਤ 2022 ਨੂੰ ਅਸੀਂ ਡੇਟ ਡਿਸਾਈਡ ਕੀਤੀ ਆ। ਤੇ ਮੈਂ ਇੱਕ ਵਾਰੀ ਪੁੱਛਣਾ ਚਾਹੁੰਦਾ ਕਿਹੜੇ ਬੱਚਿਆਂ ਨੇ ਟੈਸਟ ਦਿੱਤਾ ਸੀ ਜਿਹੜਾ ਅਸੀਂ ਪਿੱਛੇ ਲੈਂਦੇ ਵੀ ਰਹੇ। ਜੇ ਕੋਈ ਬੱਚੇ ਨੇ ਟੈਸਟ ਦਿੱਤਾ ਇਹਦਾ ਹੱਥ ਖੜਾ ਕਰਕੇ ਦੱਸੇ ਵੀ ਬਾਬਾ ਸਾਹਿਬ ਦੀਆਂ ਲਿਖਤਾਂ ਦੇ ਉੱਤੇ ਅਸੀਂ ਇੱਕ ਬੁੱਕ ਛਾਪਦੇ ਆ, ਫਿਰ ਅਸੀਂ ਉੱਤੇ ਪੇਪਰ ਲਈਦਾ। ਕੋਈ ਬੱਚਾ ਹੈ ਇੱਦਾਂ ਦਾ ਜਿਨ੍ਹਾਂ ਨੇ ਪੇਪਰ ਦਿੱਤਾ ਸੀ? ਕੋਈ ਹੱਥ ਖੜਾ ਕਰ ਸਕਦਾ ਹੈ ਕੋਈ ਬੱਚਾ? ਮੇਰਾ ਖਿਆਲ ਇੱਥੇ ਜਿਹੜੇ ਅਸੀਂ ਜ਼ਰੂਰ ਰਹੀਏ। ਔਰ ਇਹਦੇ ਵਿੱਚ ਪਹਿਲਾ ਪ੍ਰਾਈਜ਼ ਜਿਹੜਾ ਹੁੰਦਾ 50,000 ਦਾ, ਦੂਜਾ 30,000 ਦਾ, ਤੇ ਤੀਸਰਾ ਹੁੰਦਾ 10,000 ਦਾ। ਇਸ ਤੋਂ ਬਿਨਾਂ 150 ਬੱਚਾ ਜਿਹੜਾ ਮੈਰਿਟ ਵਿੱਚ ਆਉਂਦਾ ਹੈ ਉਹਨਾਂ ਨੂੰ 1000 ਰੁਪਏ ਦਾ ਪ੍ਰਾਈਜ਼ ਹਰ ਬੱਚੇ ਨੂੰ ਮਿਲਦਾ। ਇਸ ਵਾਰੀ ਅਸੀਂ ਇਦਾਂ ਕਰਨਾ। ਇਸ ਦੇ ਨਾਲ ਹੀ ਅਸੀਂ ਇੱਕ ਬਿਲਕੁਲ ਤੁਹਾਡੇ ਜੋ ਗੇਟ ਦੇ ਨਾਲ ਤੁਸੀਂ ਡੱਲੇਵਾਲ ਰੋਡ ਨੂੰ ਜਾਂਦੇ ਆ, ਉੱਥੇ ਆਪਾਂ ਪ੍ਰਬੁੱਧ ਭਾਰਤ ਫਾਊਂਡੇਸ਼ਨ ਨੇ ਇੱਕ ਬਾਬਾ ਸਾਹਿਬ ਦੇ ਨਾਂ ਤੇ ਅੰਬੇਡਕਰ ਸਕੂਲ ਆਫ ਥਾਟ ਬਣਾਉਣ ਦਾ ਸੋਚਿਆ। ਜਗ੍ਹਾ ਵੀ ਲੈ ਲਈ 3 ਖੇਤ। ਜਦੋਂ ਵੀ ਤੁਹਾਡੇ ਕੋਲ ਮਤਲਬ ਸਮਾਂ ਮਿਲਦਾ ਤੁਸੀਂ ਉੱਥੇ ਜ਼ਰੂਰ ਵਿਜ਼ਿਟ ਕਰੋ। ਉਹ ਤੁਹਾਡੀ ਆਪਣੀ ਸਮਾਜ ਦੀ ਜਗ੍ਹਾ ਹੈ, ਸਾਡਾ ਕੁਝ ਨਹੀਂ। ਅਸੀਂ ਤਾਂ ਸਿਰਫ ਸਮਾਜ ਵਾਸਤੇ ਕਰ ਰਹੇ ਹਾਂ ਜੋ ਵੀ ਕਰ ਰਹੇ ਹਾਂ। ਤੁਸੀਂ ਆਪਣਾ ਸਮਝ ਕੇ ਉੱਥੇ ਤੁਸੀਂ ਵਿਜ਼ਿਟ ਕਰਨਾ, ਉਹਦੀ ਦੇਖਭਾਲ ਵੀ ਕਰਨੀ ਆ। ਜੋ ਅਸੀਂ ਉੱਥੇ ਬਣਾਉਣਾ ਚਾਹੁੰਦੇ ਹਾਂ, ਅਸੀਂ ਚਾਹੁੰਦੇ ਕਿ ਤੁਸੀਂ ਸਾਡੇ ਨਾਲ ਖੜੇ ਹੋ ਕੇ ਮੋਢੇ ਨਾਲ ਮੋਢਾ ਲਾ ਕੇ ਉਹ ਆਪਾਂ ਜੋ ਅਸੀਂ ਸੋਚਿਆ ਹੈ ਬਾਬਾ ਸਾਹਿਬ ਦੇ ਸੁਪਨੇ ਪੂਰੇ ਕਰਨ ਲਈ ਤੁਸੀਂ ਸਾਡੇ ਨਾਲ ਲੱਗ ਕੇ ਕਰੋਗੇ ਤਾਂ ਉਹ ਜਿਹੜਾ ਕੰਮ ਹੈ ਅਸੀਂ ਬਹੁਤ ਜਲਦੀ ਉਹ ਕਿਸੇ ਬੰਨੇ ਕਿਤੇ ਜਾਵਾਂਗੇ। ਔਰ ਇਸ ਤੋਂ ਬਿਨਾਂ ਇੱਕ ਅਸੀਂ ਉਹਨੂੰ ਈਵਨਿੰਗ ਸਕੂਲ ਦੀ ਸ਼ੁਰੂਆਤ ਉੱਥੇ ਕਰ ਰਹੇ ਹਾਂ। ਉੱਥੇ ਇੰਗਲਿਸ਼ ਦੇ ਟੀਚਰ ਹੋਣਗੇ, ਮੈਥ ਪੜ੍ਹਾਉਣ ਵਾਲੇ ਟੀਚਰ ਹੋਣਗੇ ਤੇ ਸਾਇੰਸ ਪੜ੍ਹਾਉਣ ਦੇ ਸੀ। ਸਾਡੀ ਪਹਿਲ ਹੈ ਕਿ ਤਿੰਨੇ ਸਬਜੈਕਟ ਜਿਹੜੇ ਆ ਇਹਨਾਂ ਨੂੰ ਅਸੀਂ ਈਵਨਿੰਗ ਕਲਾਸ ਦੇ ਵਿੱਚ ਬੱਚਿਆਂ ਨੂੰ ਫ੍ਰੀ ਟਿਊਸ਼ਨ ਦੇ ਕੇ ਅਸੀਂ ਉਹ ਟੀਚਰ ਰੱਖ ਕੇ ਉਹ ਜਲਦੀ ਸ਼ੁਰੂ ਕਰਨ ਜਾ ਰਹੇ ਹਾਂ। ਤੇ ਜਿਹਦੇ ਵਾਸਤੇ ਅਸੀਂ ਚਾਹੁੰਦੇ ਹਾਂ ਕਿ ਇਸ ਅੱਟਾ ਬਿਲਕੁਲ ਨੇੜੇ ਪੈਂਦਾ ਹੈ, ਇੱਥੋਂ ਵੀ ਬੱਚੇ ਜਾ ਕੇ ਉੱਥੋਂ ਇਸ ਚੀਜ਼ ਦਾ ਫਾਇਦਾ ਲੈਣ। ਤੇ ਬਾਕੀ ਮੇਰੇ ਨਾਲ ਡਾਕਟਰ ਰਜਿੰਦਰ ਸਿੰਘ ਤੇ ਡਾਕਟਰ ਰਾਹੁਲ ਹੈ। ਡਾਕਟਰ ਸਿੰਘ ਤੁਹਾਨੂੰ ਬਾਬਾ ਸਾਹਿਬ ਦੇ ਬਾਰੇ ਔਰ ਜੋਤੀਰਾਓ ਫੂਲੇ ਜੀ ਬਾਰੇ, ਮਹਾਤਮਾ ਬੁੱਧ ਬਾਰੇ ਉਹਨਾਂ ਬਾਰੇ ਜਾਣਕਾਰੀ ਦੇਣਗੇ ਤੇ ਉਹਨਾਂ ਦੀਆਂ ਸਿੱਖਿਆਵਾਂ ਤੁਹਾਡੇ ਤੱਕ ਪਹੁੰਚਾਉਣਗੇ ਕਰਨਗੇ। ਇਹਦੇ ਨਾਲ ਹੀ ਥੈਂਕ ਯੂ ਵੈਰੀ ਮਚ। ਜੈ ਭੀਮ ਜੈ ਭਾਰਤ। ਅੱਜ ਦੇ ਦਿਨ ਆਪਾਂ ਜੋ ਬਾਬਾ ਸਾਹਿਬ ਦਾ ਜਨਮ ਦਿਨ ਮਨਾ ਰਹੇ ਹਾਂ, ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕ। ਦੂਸਰੀ ਗੱਲ ਜਿਹੜੀ ਮੈਨੂੰ ਕਾਫੀ ਇੱਥੇ ਖੁਸ਼ੀ ਦਿੱਤੀ, ਜਦੋਂ ਮੈਂ ਇੱਥੇ ਆਇਆ ਤੇ ਆ ਕੇ ਮੈਂ ਮਹਿਸੂਸ ਕੀਤਾ ਕਿ ਇਸ ਜਗ੍ਹਾ ਬਹੁਤ ਸਾਰੇ ਲੋਕ ਜਾਗ ਰਹੇ ਆ। ਆਮ ਤੌਰ 'ਤੇ ਅਸੀਂ ਜਦੋਂ ਆਪਣੇ ਸਮਾਜ ਦਾ ਮੁਲਾਂਕਣ ਕਰਦੇ ਹਾਂ, ਸਮਾਜ ਵਿੱਚ ਘੁੰਮਦੇ ਹਾਂ, ਤਾਂ ਸਾਨੂੰ ਕਿਤੇ ਨਾ ਕਿਤੇ ਨਿਰਾਸ਼ਾ ਹੁੰਦੀ ਹੈ।
ਕਿ ਸਮਾਜ ਸੁੱਤਾ ਪਿਆ, ਪਰ ਇੱਥੇ ਆ ਕੇ ਲੱਗਾ ਕਿ ਨਹੀਂ, ਸਮਾਜ ਜਾਗ ਰਿਹਾ। ਤੇ ਇਸ ਜਾਗਦੇ ਹੋਏ ਸਮਾਜ ਨਾਲ ਆਪਾਂ ਦੋ ਤਿੰਨ ਗੱਲਾਂ ਕਰਨੀਆਂ। ਇੱਥੇ ਸਾਰਿਆਂ ਨੇ ਆ ਕੇ, ਮੇਰੇ ਸਾਥੀ ਵੀ ਨਾਲ ਆਏ, ਡਾਕਟਰ ਸੁਭਾਸ਼ ਵੀ ਗੱਲਬਾਤ ਕਰ ਗਏ, ਡਾਕਟਰ ਜਿੰਦਰ ਵੀ ਕਰਨਗੇ ਕਿ ਜਿਸ ਦੌਰ 'ਚ ਅਸੀਂ ਜੀ ਰਹੇ ਹਾਂ ਉਹ ਭਾਰਤ ਦੇ ਲੋਕਤੰਤਰ ਦੇ ਇਤਿਹਾਸ ਵਿੱਚ ਬਹੁਤ ਹੀ ਸੀਰੀਅਸ ਕਿਸਮ ਦਾ ਜਾਂ ਕਸ਼ਟਦਾਈ ਜਾਂ ਜਿਹਦਾ ਇੱਕ ਟੈਸਟਿੰਗ ਟਾਈਮ ਜਿਹਨੂੰ ਕਹਿੰਦੇ ਆਪਾਂ, ਉਸ ਦੌਰ 'ਚ ਆਪਾਂ ਸਾਰੇ ਗੁਜ਼ਰ ਰਹੇ ਹਾਂ। ਤਾਂ ਅੱਜ ਦੇ ਇਸ ਦੌਰ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਜ਼ਿੰਮੇਵਾਰੀ ਮੈਨੂੰ ਲੱਗਦੀ ਆ, ਉਹ ਸਾਡੀਆਂ ਭੈਣਾਂ ਇੱਥੇ ਜਿਹੜੇ ਬੈਠੀਆਂ ਹੈਗੀਆਂ, ਇਹਨਾਂ ਦੀ ਜ਼ਿੰਮੇਵਾਰੀ ਆ ਕਿ ਇਹ ਆਪਣੀ ਆਉਣ ਵਾਲੀ ਔਲਾਦ ਨੂੰ, ਨਸਲ ਨੂੰ, ਜਨਰੇਸ਼ਨ ਨੂੰ ਕਿੱਦਾਂ ਦਾ ਤਿਆਰ ਕਰਨਗੀਆਂ ਕਿ ਇਹ ਜਿਹੜੀ ਸੰਕਟ ਦੀ ਘੜੀ ਦੇ ਵਿੱਚੋਂ ਸਾਡਾ ਦੇਸ਼ ਗੁਜ਼ਰ ਰਿਹਾ, ਜਿਹਦੇ ਵਿੱਚ ਭਾਰਤ ਦੇ ਸੰਵਿਧਾਨ ਤੇ ਲੋਕਤੰਤਰ ਨੂੰ ਬਹੁਤ ਜ਼ਿਆਦਾ ਖਤਰਾ ਅੱਜ ਦੇ ਦੌਰ ਮਹਿਸੂਸ ਹੋ ਰਿਹਾ। ਜਿੱਦਾਂ ਕਿ ਹੁਣੇ ਡਾਕਟਰ ਸਾਹਿਬ ਦੱਸ ਕੇ ਗਏ ਤੁਹਾਨੂੰ ਕਿ ਇੱਥੇ ਨਾਲ ਹੀ ਪਿੰਡ ਡੱਲੇਵਾਲ ਰੋਡ ਦੇ ਉੱਪਰ ਬੁੱਧ ਭਾਰਤ ਫਾਊਂਡੇਸ਼ਨ ਵੱਲੋਂ ਇੱਕ ਜਗ੍ਹਾ ਖਰੀਦੀ ਗਈ 3 ਕੇ, ਉਹ ਸਮਾਜ ਦੀ ਜਗ੍ਹਾ ਹੈ। ਤਾਂ ਤੁਹਾਡੇ ਲਈ ਬੜੀ ਖੁਸ਼ੀ ਦੀ ਗੱਲ ਆ ਕਿ ਤੁਹਾਡੇ ਦਾ ਬਿਲਕੁਲ ਲਾਗੇ ਹੈਗੀ, ਤੁਸੀਂ ਤਾਂ ਚੱਲਦੇ ਫਿਰਦੇ ਵੀ ਉੱਥੇ ਜਾ ਆ ਸਕਦੇ ਆ। ਉੱਥੇ ਤੁਸੀਂ ਆਉਣਾ ਜਾਣਾ ਸ਼ੁਰੂ ਕਰੋ। ਆਪਾਂ ਦੁਆਬੇ ਦੇ ਵਿੱਚੋਂ ਇਹ ਜਿਹੜੀ ਆਪਣੀ ਬਾਬਾ ਸਾਹਿਬ ਦੀ ਸੋਚ ਆ, ਉਹਦੀ ਲਹਿਰ ਨੂੰ ਗਤੀ ਦੇਣ ਲਈ ਜਾਂ ਸਾਡੇ ਮਹਾਂਪੁਰਸ਼ਾਂ ਦਾ ਜਿਹੜਾ ਸੰਘਰਸ਼ ਆ ਲੋਕਾਂ ਤੱਕ ਪਹੁੰਚਾਉਣ ਲਈ ਆਪਾਂ ਇੱਦਾਂ ਦਾ ਉੱਥੋਂ ਕੋਈ ਹਮਲਾ ਨਾ ਕਰੇ। ਕੁਝ ਗੱਲਾਂ ਸਾਡੀ ਜ਼ਿੰਦਗੀ ਦੇ ਵਿੱਚ ਜਦੋਂ ਸਾਡੇ ਨਾਲ ਚੱਲਦੀਆਂ ਰਹਿੰਦੀਆਂ ਤਾਂ ਅਸੀਂ ਉਹਦੇ ਆਦੀ ਹੋ ਜਾਂਦੇ ਹਾਂ, ਬਗੈਰ ਇਹ ਸੋਚੇ ਕਿ ਉਹ ਗੱਲਾਂ ਠੀਕ ਆ ਕਿ ਜਾਂ ਗਲਤ। ਉਹਦੇ ਸਿੱਟੇ ਸਾਨੂੰ ਉਸ ਵਕਤ ਤਾਂ ਨਹੀਂ ਦਿਖਾਈ ਦਿੰਦੇ, ਪਰ ਬਾਅਦ ਦੇ ਵਿੱਚ ਉਹਨਾਂ ਦਾ ਜਿਹੜਾ ਖਮਿਆਜਾ ਹੈਗਾ ਉਹ ਸਾਡੀ ਆਉਣ ਵਾਲੀ ਜਨਰੇਸ਼ਨ ਨੂੰ ਭੁਗਤਣਾ ਪੈਂਦਾ। ਆਪਾਂ ਤਾਂ ਉਹ ਗਲਤੀਆਂ ਕਰਕੇ ਸਮਾਜ ਵਿੱਚ ਚਲੇ ਜਾਂਦੇ ਆ, ਪਰ ਜਿਹੜੀਆਂ ਸਾਡੇ ਕੋਲ ਗਲਤੀਆਂ ਹੋ ਗਈਆਂ ਹੁੰਦੀਆਂ, ਉਹਨਾਂ ਗਲਤੀਆਂ ਦਾ ਜਿਹੜਾ ਖਮਿਆਜਾ ਉਹ ਅਸੀਂ ਤਾਂ ਨਹੀਂ ਭੁਗਤਦੇ, ਪਰ ਸਾਡੀ ਆਉਣ ਵਾਲੀ ਔਲਾਦ ਜਿਹੜੀ ਆ, ਸਾਡੀ ਆਉਣ ਵਾਲੀ ਨਸਲ ਆ, ਜਨਰੇਸ਼ਨ ਆ, ਉਹਨੂੰ ਉਹ ਭੁਗਤਣਾ ਪੈਂਦਾ। ਤੇ ਇਸ ਕਰਕੇ ਸਾਡਾ ਅੱਜ ਦੀ ਪੀੜ੍ਹੀ ਦੇ ਵਿੱਚ ਜੋ ਅਸੀਂ ਵਿਚਰ ਰਹੇ ਹੈਗੇ ਆ, ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਆਪਣਾ ਹਰ ਕਦਮ ਸੋਚ ਵਿਚਾਰ ਕੇ ਫੂਕ ਕੇ ਚੱਕੀਏ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਜਿਹੜੀ ਆਉਣ ਵਾਲੀਆਂ ਨਸਲਾਂ ਹੈਗੀਆਂ, ਜਨਰੇਸ਼ਨ ਹੈਗੀਆਂ, ਉਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ। ਜਿੱਦਾਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਹਰ ਆਦਮੀ ਇਸ ਦੁਨੀਆ ਵਿੱਚ ਆਉਂਦਾ ਤੇ ਸਾਰਿਆਂ ਨੇ ਚਲੇ ਜਾਣਾ। ਹਰ ਬੰਦੇ ਨੂੰ ਪਤਾ, ਸਾਰਿਆਂ ਨੂੰ ਪਤਾ, ਇਹ ਕੋਈ ਨਵੀਂ ਗੱਲ ਨਹੀਂ ਮੈਂ ਕਰ ਰਿਹਾ। ਪਰ ਲੇਕਿਨ ਮਹੱਤਵਪੂਰਨ ਗੱਲ ਇਹ ਹੈਗੀ ਆ ਕਿ ਜਦੋਂ ਅਸੀਂ ਇਸ ਦੁਨੀਆ ਵਿੱਚ ਆਉਂਦੇ ਆ ਤਾਂ ਸਾਨੂੰ ਕਿਹੋ ਜਿਹੀ ਦੁਨੀਆ ਮਿਲਦੀ ਹੈ। ਉਹ ਜਿਹੜੀ ਦੁਨੀਆ ਸਾਨੂੰ ਸਾਡੇ ਪੁਰਖਿਆਂ ਨੇ ਦਿੱਤੀ ਹੁੰਦੀ ਬਣਾ ਕੇ। ਤਾਂ ਜਦੋਂ ਅਸੀਂ ਆਪਣੀ ਜ਼ਿੰਦਗੀ ਨੂੰ ਜੀਂਦੇ ਆ 40 ਸਾਲ, 50 ਸਾਲ, 60 ਸਾਲ, 70 ਸਾਲ, 80 ਸਾਲ, ਤਾਂ ਉਸ ਤੋਂ ਬਾਅਦ ਅਸੀਂ ਇਸ ਦੁਨੀਆ ਨੂੰ ਛੱਡਣਾ ਹੁੰਦਾ। ਤਾਂ ਜਦੋਂ ਅਸੀਂ ਉਹ ਦੁਨੀਆ ਛੱਡਦੇ ਆ ਤੇ ਕੀ ਕਦੀ ਆਪਾਂ ਬੈਠ ਕੇ ਮੁਲਾਂਕਣ ਕਰਦੇ ਆ ਕਿ ਜਦੋਂ ਅਸੀਂ ਆਏ ਸੀਗੇ ਤਾਂ ਸਾਨੂੰ ਦੁਨੀਆ, ਸਮਾਜ ਕਿਹੋ ਜਿਹਾ ਮਿਲਿਆ ਸੀਗਾ, ਤੇ ਜਦੋਂ ਅਸੀਂ ਜਾ ਰਹੇ ਤਾਂ ਅਸੀਂ ਕਿਹੋ ਜਿਹਾ ਛੱਡ ਕੇ ਜਾ ਰਹੇ। ਤਾਂ ਜਦ ਤੱਕ ਅਸੀਂ ਬਾਬਾ ਸਾਹਿਬ ਨੂੰ, ਆਪਣੇ ਮਹਾਂਪੁਰਸ਼ਾਂ ਨੂੰ, ਗੁਰਦਾਸ ਮਹਾਰਾਜ ਨੂੰ, ਭਗਵਾਨ ਬੁੱਧ ਨੂੰ, ਫੂਲੇ ਨੂੰ ਜਾਣਾਂਗੇ ਨਹੀਂ, ਪੜਾਂਗੇ ਨਹੀਂ, ਤਾਂ ਸਾਨੂੰ ਇਸ ਚੀਜ਼ ਦਾ ਅਹਿਸਾਸ ਹੀ ਨਹੀਂ ਹੋਣਾ ਕਿ ਅਸੀਂ ਕੀ ਗਲਤੀਆਂ ਕੀਤੀਆਂ ਤੇ ਕੀ ਅਸੀਂ ਸਬਕ ਸਿੱਖੇ, ਤਾਂ ਕੀ ਅਸੀਂ ਆਪਣੀ ਨੈਕਸਟ ਜਨਰੇਸ਼ਨ ਨੂੰ ਇਹਨਾਂ ਗਲਤੀਆਂ ਤੋਂ ਬਚਣ ਲਈ ਰਾਹ ਰਸਤੇ ਦੱਸ ਕੇ ਜਾਣ। ਇੱਕ ਗੱਲ ਮੈਨੂੰ ਹੋਰ ਬੜੀ ਜਿਹੜੀ ਤਕਲੀਫ ਦਿੰਦੀ ਹੈ ਉਹ ਇਹ ਹੈਗੀ ਆ ਕਿ ਦੇਖੋ ਸਾਡਾ ਸਮਾਜ ਬੜਾ ਗਰੀਬ ਆ। ਸਾਡੇ ਕੋਲ ਬਹੁਤ ਜ਼ਿਆਦਾ ਧਨ ਦੌਲਤ, ਜ਼ਮੀਨ ਜਾਇਦਾਦ, ਕਾਰਖਾਨੇ, ਇੱਦਾਂ ਦੀਆਂ ਚੀਜ਼ਾਂ ਨਹੀਂ ਹੈਗੀਆਂ।
ਤਾਂ ਜਦੋਂ ਅਸੀਂ ਇਹੋ ਜਿਹੇ ਹਾਲਾਤ ਦੇ ਵਿੱਚ ਲੰਘ ਰਹੇ ਹੁੰਦੇ, ਗੁਜ਼ਰ ਰਹੇ ਹੁੰਦੇ ਆ, ਤਾਂ ਸਾਡੇ ਕੋਲ ਸਭ ਤੋਂ ਤਕੜਾ ਮੈਂ ਸਮਝਦਾ ਜਿਹੜਾ ਹਥਿਆਰ ਹੁੰਦਾ ਜ਼ਿੰਦਗੀ ਨੂੰ ਜੀਣ ਦੇ ਲਈ, ਉਹ ਅਣਖ ਤੇ ਇੱਜ਼ਤ ਬਹੁਤ ਵੱਡਾ ਇੱਕ ਹਥਿਆਰ ਹੁੰਦਾ। ਜਦੋਂ ਕਿਸੇ ਵੀ ਕੌਮ ਦੀ ਅਣਖ ਤੇ ਇੱਜ਼ਤ ਜਿਹੜੀ ਆ, ਉਹ ਜਿਹੜੀ ਕੌਮ ਆ ਜਾਂ ਉਹ ਸਮਾਜ ਆ, ਉਹਨੂੰ ਅਹਿਮੀਅਤ ਨਹੀਂ ਦਿੰਦਾ ਨਾ, ਤੇ ਉਹ ਨੀਚੇ ਵੱਲ ਨੂੰ ਹੀ ਸਮਾਜ ਜਾਏਗਾ। ਤਾਂ ਜੇਕਰ ਤੁਸੀਂ ਉਸ ਨੀਚੇ ਜਾਣ ਵਾਲੇ ਰਸਤੇ ਤੋਂ ਸਮਾਜ ਨੂੰ ਬਚਾਉਣਾ ਆ ਜਾਂ ਰੋਕਣਾ ਆ, ਤਾਂ ਜਿਹੜਾ ਸਮਾਜ ਦੇ ਅੰਦਰ ਨੌਜਵਾਨ ਵਰਗ ਆ, ਉਹਨੂੰ ਇਹ ਬੈਠ ਕੇ ਵਿਚਾਰ ਕਰਨਾ ਪਊਗਾ ਕਿ ਸਾਡੇ ਸਮਾਜ ਦਾ ਜਿਹੜਾ ਇੱਜ਼ਤ ਮਾਣ ਆ, ਉਹਨਾਂ ਨੂੰ ਕਿੱਦਾਂ ਅਸੀਂ ਬਹਾਲ ਰੱਖੀਏ। ਕਾਫੀ ਸਮੇਂ ਪੁਰਾਣੀ ਗੱਲ ਆ, ਜਿੱਦਾਂ ਆਪਾਂ ਇੱਕ ਅਮਰੀਕਾ ਦੇ ਵਿੱਚ ਇੱਕ ਰਾਸ਼ਟਰਪਤੀ ਹੋਇਆ, ਜੌਨ ਐਫ ਕੈਨੇਡੀ। ਤਾਂ ਜਦੋਂ ਰਾਸ਼ਟਰਪਤੀ ਬਣਿਆ ਤਾਂ ਉਹ ਆਪਣੇ ਦੇਸ਼ ਦੇ ਲੋਕਾਂ ਨਾਲ ਗੱਲਬਾਤ ਕਰ ਰਿਹਾ, ਤੇ ਉਹਨਾਂ ਨਾਲ ਕੀ ਗੱਲ ਸਾਂਝੀ ਕਰਦਾ, ਉਹ ਦੇਖੋ। ਉਹ ਕਹਿੰਦਾ ਕਿ ਆਸਕ ਨਾਟ what your country can do for you, ask yourself what you can do for your country। ਵੀ ਕਦੀ ਇਹ ਨਾ ਸੋਚੋ ਕਿ ਤੁਸੀਂ ਆਪਣੇ ਦੇਸ਼ ਲਈ, ਤੁਹਾਡਾ ਇਹ ਜਿਹੜਾ ਦੇਸ਼ ਹੈ ਤੁਹਾਡੇ ਲਈ ਕੀ ਕਰੂ, ਤੁਸੀਂ ਇਹ ਤੋਂ ਕੁਝ ਮੰਗੋ ਨਾ, ਇਹਨੂੰ ਕੁਝ ਦਿਓ। ਇਹਦਾ ਜਿਹੜਾ ਸਾਡਾ ਸਮਾਜ ਆ, ਇਹਨੂੰ ਸਾਨੂੰ ਦੇਣਾ ਪੈਣਾ। ਜੇ ਸਮਾਜ ਨੂੰ ਕੁਝ ਅਸੀਂ ਇਨਪੁਟ ਦੇਵਾਂਗੇ, ਇਹ 'ਚ ਇਨਵੈਸਟ ਕਰਾਂਗੇ, ਤਾਂ ਹੀ ਆਪਾਂ ਅੱਗੇ ਜਾ ਕੇ ਕੋਈ ਨਾ ਕੋਈ ਰਸਤਾ ਲੱਭ ਸਕਦੇ। ਜਿੱਦਾਂ ਮਿਸਾਲ ਦੇ ਤੌਰ ਤੇ ਆਪਾਂ ਦੇਖੀਏ ਕਿ ਜੇ ਐਜੂਕੇਸ਼ਨ ਦਾ ਹਾਲ ਆਪਾਂ ਦੇਖੀਏ ਆਪਣੇ ਸਮਾਜ ਦੇ ਵਿੱਚ, ਤਾਂ ਬਹੁਤ ਜ਼ਿਆਦਾ ਵਧੀਆ ਐਜੂਕੇਸ਼ਨ ਦਾ ਪੱਧਰ ਨਹੀਂ ਹੈਗਾ। ਮਾਸਟਰ ਜੀ ਵੀ ਹੁਣ ਗੱਲ ਕਰਕੇ ਜ਼ਰੂਰ ਗਏ ਕਿ ਥੋੜੇ ਬੱਚੇ ਵਧੇ ਆ, ਬਟ ਜਿਹੜੀ ਕੁਆਲਿਟੀ ਆ, ਜੇ ਤੁਸੀਂ ਦੁਨੀਆ ਦੇ ਨਾਲ ਕੰਪੀਟ ਕਰਨਾ, ਤੇ ਸਾਨੂੰ ਉੱਦਾਂ ਦੀ ਐਜੂਕੇਸ਼ਨ ਦਾ ਸਟੈਂਡਰਡ ਬਣਾਉਣਾ ਪਊਗਾ। ਤੇ ਮੈਨੂੰ ਉਮੀਦ ਆ ਕਿ ਆਪਾਂ ਬੈਠ ਕੇ ਸੋਚ ਵਿਚਾਰ ਜ਼ਰੂਰ ਕਰਾਂਗੇ ਕਿ ਅਸੀਂ ਐਜੂਕੇਸ਼ਨ ਦੇ ਵਿੱਚ ਕੀ ਇਨਵੈਸਟ ਕਰ ਸਕਦੇ, ਸਮਾਂ, ਪੈਸਾ, ਆਪਣੇ ਰਿਸੋਰਸਿਸ, ਤੇ ਆਪਾਂ ਉੱਤੇ ਕੰਮ ਕਰਕੇ ਤੇ ਡੱਲੇਵਾਲ ਜਿਹੜਾ ਸਕੂਲ ਬਣਾਉਣ ਦੀ ਕੋਸ਼ਿਸ਼ ਕਰ ਰਹੇ ਆਪਾਂ। ਤੇ ਬਹੁਤ ਹੀ ਪਿਆਰੇ ਬੱਚੋ, ਸਭ ਤੋਂ ਪਹਿਲਾਂ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਦੇ ਨਾਲ ਜੈ ਭੀਮ, ਜੈ ਭਾਰਤ। ਅੱਜ ਪਿੰਡ ਅੱਟਾ ਦਾ ਇਹ ਮੈਂ ਸ਼ਾਇਦ 5ਵਾਂ ਫੰਕਸ਼ਨ ਜਿਹੜਾ ਮੈਂ ਅਟੈਂਡ ਕਰ ਰਿਹਾ। ਲਗਭਗ ਬਾਬਾ ਸਾਹਿਬ ਦੇ ਜਨਮ ਦਿਨ ਦੇ ਜਿਹੜੇ ਵੀ ਫੰਕਸ਼ਨ ਇੱਥੇ ਹੋਏ ਆ ਪਿਛਲੇ 4-5 ਸਾਲਾਂ ਵਿੱਚ, ਕਰੋਨਾ ਟਾਈਮ ਨੂੰ ਛੱਡ ਕੇ, ਮੈਂ ਸਾਰੇ ਦੇ ਸਾਰੇ ਅਟੈਂਡ ਕੀਤੇ ਆ, ਔਰ ਪ੍ਰਬੰਧਕਾਂ ਨੇ ਮੈਨੂੰ ਹਰ ਵਾਰ ਸਟੇਜ ਤੋਂ ਬੋਲਣ ਦਾ ਮੌਕਾ ਵੀ ਦਿੱਤਾ। ਅੱਜ ਦਾ ਜਿਹੜਾ ਪੰਡਾਲ ਹੈ ਉਹ ਖਚਾ ਖਚ ਭਰਿਆ ਹੋਇਆ। ਮੈਂ ਹਰ ਵਾਰ ਮੰਚ ਤੋਂ ਇਹ ਗੱਲ ਕਹਿੰਦਾ ਹੁੰਦਾ ਸੀ ਕਿ ਸਾਡੀਆਂ ਭੈਣਾਂ ਹਰ ਵਾਰੀ ਉਹਨਾਂ ਦੀ ਜਿਹੜੀ ਹਾਜ਼ਰੀ ਆ ਉਹ ਪੂਰੀ ਹੁੰਦੀ ਸੀ, ਤੇ ਸਾਡੇ ਭਰਾ ਜਿਹੜੇ ਆ ਹਾਜ਼ਰੀ ਦੇ ਪੱਖੋਂ ਪਿੱਛੇ ਰਹਿ ਜਾਂਦੇ ਸਨ। ਤੇ ਅੱਜ ਭਰਾਵਾਂ ਨੇ ਇਹ ਜਿਹੜਾ ਸਾਡਾ ਗਿਲਾ ਸੀ ਉਹਨਾਂ ਦੇ ਨਾਲ ਉਹ ਦੂਰ ਕਰ ਦਿੱਤਾ। ਤਾਂ ਇੱਕ ਵਾਰੀ ਜ਼ੋਰਦਾਰ ਤਾੜੀਆਂ ਤੁਹਾਡੀ ਅੱਜ ਦੀ ਸ਼ਮੂਲੀਅਤ ਲਈ, ਕਿ ਤੁਸੀਂ ਅੱਜ ਇੰਨੀ ਸ਼ਿੱਦਤ ਦੇ ਨਾਲ, ਇੰਨੇ ਪਿਆਰ ਦੇ ਨਾਲ, ਇੰਨੇ ਸਤਿਕਾਰ ਦੇ ਨਾਲ ਆਪਣੇ ਮਹਾਂਪੁਰਸ਼ ਨੂੰ, ਆਪਣੇ ਰਹਿਬਰ ਨੂੰ, ਆਪਣੀ ਜਿਹੜੀ ਸ਼ਰਧਾ ਆ ਉਹ ਅਰਪਿਤ ਕਰਨ ਲਈ ਇੱਥੇ ਇਕੱਠੇ ਹੋਏ। ਔਰ ਸਭ ਤੋਂ ਵੱਡੀ ਗੱਲ ਜਿਹਦਾ ਕ੍ਰੈਡਿਟ ਮੈਂ ਮਾਸਟਰ ਜੀ ਨੂੰ ਦਊਂਗਾ ਕਿ ਮੈਂ ਬੱਚੇ ਅੱਜ ਤੱਕ ਕਿਸੇ ਵੀ ਪ੍ਰੋਗਰਾਮ ਦੇ ਵਿੱਚ ਡਿਸਪਲਿਨ 'ਚ ਬੈਠੇ ਨਹੀਂ ਦੇਖੇ, ਪਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਬੱਚੇ ਪੂਰੇ ਡਿਸਪਲਿਨ ਦੇ ਵਿੱਚ ਬੈਠੇ ਆ। ਔਰ ਮੈਨੂੰ ਲੱਗਦਾ ਕਿ ਇਹਦਾ ਕ੍ਰੈਡਿਟ ਮਾਸਟਰ ਜੀ ਨੂੰ ਦੇਣਾ ਚਾਹੀਦਾ, ਕਿਉਂਕਿ ਇਹਨਾਂ ਨੇ ਹੀ ਬੱਚਿਆਂ ਨੂੰ ਸਮਝਾਇਆ ਹੋਇਆ, ਬੱਚਿਆਂ ਨੂੰ ਅੱਛੀ ਸਿੱਖਿਆ ਦਿੱਤੀ ਹੋਈ ਆ, ਜਿਹਦੇ ਕਰਕੇ ਬੱਚੇ ਅੱਜ ਇੰਨੇ ਡਿਸਪਲਿਨ ਦੇ ਨਾਲ ਬੈਠੇ ਆ। ਕਿਉਂਕਿ ਬੱਚਿਆਂ ਦੀ ਇਹ ਏਜ ਹੀ ਇੱਦਾਂ ਦੀ ਹੁੰਦੀ ਆ, ਜਿਹੜੀਆਂ ਗੱਲਾਂ ਆਪਾਂ ਕਰਦੇ ਆ ਬਹੁਤ ਸਾਰੀਆਂ ਗੱਲਾਂ ਇਹਨਾਂ ਦੇ ਕੰਮ ਦੀਆਂ ਨਹੀਂ ਜਾਂ ਇਹਨਾਂ ਨੂੰ ਸਮਝ ਨਹੀਂ ਆਉਂਦੀਆਂ, ਇਸ ਕਰਕੇ ਜ਼ਿਆਦਾਤਰ ਬੱਚੇ ਇਸ ਤਰ੍ਹਾਂ ਅਨੁਸ਼ਾਸਨ ਦੇ ਵਿੱਚ ਨਹੀਂ ਬੈਠਦੇ, ਪਰ ਅੱਜ ਬੈਠੇ ਆ। ਸਾਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ। ਔਰ ਸਾਡੇ ਭਾਜੀ ਸ਼ਰਨਜੀਤ ਭਾਜੀ, ਜਿਨ੍ਹਾਂ ਨੇ ਸਾਡੇ ਨਾਲ ਵਾਅਦਾ ਕੀਤਾ ਹੋਇਆ ਸੀਗਾ ਕਿ ਜਦੋਂ ਮੈਂ ਰਿਟਾਇਰ ਹੋ ਗਿਆ ਤਾਂ ਉਸ ਤੋਂ ਬਾਅਦ ਮੇਰਾ ਸਾਰਾ ਸਮਾਂ ਜਿਹੜਾ ਉਹ ਸਮਾਜ ਦੇ ਕੰਮਾਂ ਦਾ ਹੋਏਗਾ। ਔਰ ਮੈਨੂੰ ਲੱਗਦਾ ਕਿ ਭਾਜੀ ਅੱਜ ਤੁਹਾਡੀਆਂ ਜਿਹੜੀਆਂ ਕੋਸ਼ਿਸ਼ਾਂ ਆ ਅੱਜ ਦੇ ਪ੍ਰੋਗਰਾਮ ਦੇ ਵਿੱਚ ਉਹ ਵੀ ਮੈਨੂੰ ਦਿਖ ਰਹੀਆਂ। ਬਹੁਤ ਅੱਛੀ ਗੱਲ ਹੈ। ਅੱਜ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ 131ਵੇਂ ਜਨਮ ਦਿਨ ਦੀਆਂ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ। ਆਪਾਂ ਸਾਰੇ ਬੜੇ
ਵਡਭਾਗੀ ਹਾਂ, ਬੜੇ ਸਾਡੀ ਚੰਗੀ ਇਹ ਕਹਿ ਸਕਦੇ ਹਾਂ ਕਿ ਟਾਈਮ ਹੈ ਸਾਡਾ ਕਿ ਅਸੀਂ ਆਪਣੇ ਮਹਾਂਪੁਰਸ਼ ਨੂੰ ਯਾਦ ਕਰਦੇ ਪਏ ਹਾਂ। ਧੰਨ ਦੀਆਂ ਉਹ ਕੌਮਾਂ ਜਿਹੜੀਆਂ ਆਪਣੇ ਰਹਿਬਰਾਂ ਨੂੰ, ਆਪਣੇ ਮਸੀਹਾ ਨੂੰ, ਆਪਣੇ ਰਾਹ ਦਸੇਰਿਆਂ ਨੂੰ ਯਾਦ ਕਰਦੇ ਹਾਂ ਉਹਨਾਂ ਦੇ ਦਿਨਾਂ ਦੇ ਉੱਤੇ, ਔਰ ਹਮੇਸ਼ਾ ਉਹਨਾਂ ਦੇ ਕੀਤੇ ਹੋਏ ਸੰਘਰਸ਼ ਨੂੰ ਆਪਣੇ ਮਨਾਂ ਦੇ ਵਿੱਚ ਵਸਾ ਕੇ ਰੱਖਦੇ ਹਾਂ। ਅੱਜ ਮੈਨੂੰ ਫਾਸਲੇ ਪਿੰਡ ਦੇ ਵਿੱਚ ਵੀ ਬੋਲਣ ਦਾ ਮੌਕਾ ਮਿਲਿਆ ਸੀ। ਥੋੜੇ ਦਿਨ ਪਹਿਲਾਂ ਨੰਗਲ ਦੇ ਵਿੱਚ ਇੱਕ ਪ੍ਰੋਗਰਾਮ ਹੋਇਆ ਸੀ, ਉੱਥੇ ਵੀ ਅਸੀਂ ਗਏ ਸੀਗੇ ਤੇ ਲਗਭਗ ਸਾਡੀ ਸਾਰੀ ਟੀਮ ਅਸੀਂ ਇਹ ਡਿਸਾਈਡ ਕੀਤਾ ਹੋਇਆ ਕਿ 3-4 ਨੁਕਤੇ ਜਿਹੜੇ ਆ, 3-4 ਮੇਨ ਪੁਆਇੰਟ ਹੈ, ਸਾਡਾ ਜਿਹੜਾ ਸਪੀਚ ਹੈ, ਸਾਡੀ ਜਿਹੜੀ ਡਿਸਕਸ਼ਨ ਹੈ, ਉਹਨਾਂ ਹੀ 3-4 ਨੁਕਤਿਆਂ ਦੇ ਆਸੇ-ਪਾਸੇ ਘੁੰਮਦੇ ਹੋਏ ਮੰਚ ਤੇ ਬਿਰਾਜਮਾਨ ਬਾਕੀ ਹੋਰ ਮਾਨਯੋਗ ਸ਼ਖਸੀਅਤਾਂ, ਸਰਪੰਚ ਸਾਹਿਬ, ਮੈਂਬਰ ਪੰਚਾਇਤ, ਸਾਡੇ ਦੋਸਤ ਐਡਵੋਕੇਟ ਮੱਲੀ ਸਾਹਿਬ ਤੇ ਹੋਰ ਮਾਨਯੋਗ ਸ਼ਖਸੀਅਤਾਂ, ਇਹਨਾਂ ਨੂੰ ਵੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਰਿਆਂ ਨੂੰ ਜੀ ਆਇਆਂ। ਅੱਜ ਮੈਂ ਜੋ ਸੋਚ ਕੇ ਆਇਆ ਕਿ ਮੈਂ ਕਿਹੜੇ ਪੁਆਇੰਟਸ ਤੇ ਗੱਲ ਕਰਨੀ ਹੈ, ਮੈਂ 4 ਪੁਆਇੰਟ ਅੱਜ ਮੇਰੇ ਜ਼ਿਹਨ ਦੇ ਵਿੱਚ ਹੈਗੇ ਆ। ਪਹਿਲਾ ਪੁਆਇੰਟ ਤਾਂ ਇਹ ਹੈ ਕਿ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ, ਮੈਂ ਗੁਰੂਆਂ ਦੇ ਬਾਰੇ ਗੱਲ ਕਰਾਂ, ਉਹਨਾਂ ਦੇ ਕੌਣ ਗੁਰੂ ਸਨ, ਉਹਨਾਂ ਦੀ ਗੱਲ ਕਰਕੇ ਵੀ ਉਹਨਾਂ ਦੇ ਬਾਬਾ ਸਾਹਿਬ ਨੇ ਆਪਣੇ ਗੁਰੂ ਕਿਉਂ ਚੁਣੇ, ਉਹਨਾਂ ਦੀ ਮਹੱਤਤਾ ਕੀ ਹੈ, ਔਰ ਅੱਜ ਦੇ ਸਮੇਂ ਦੇ ਵਿੱਚ ਉਹ ਗੱਲ ਨੂੰ ਮੈਂ ਅੱਜ ਦਾ ਜਿਹੜਾ ਚੈਲੰਜ ਹੈ ਉਹਦੇ ਨਾਲ ਜੋੜ ਕੇ ਦੱਸੂਗਾ। ਦੂਸਰਾ ਜਿਹੜਾ ਨੁਕਤਾ ਆ, ਦੂਸਰਾ ਪੁਆਇੰਟ ਜਿਹੜਾ ਮੈਂ ਤੁਹਾਡੇ ਨਾਲ ਡਿਸਕਸ ਕਰੂੰਗਾ, ਉਹ ਮੈਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੀਆਂ ਜਿਹੜੀਆਂ ਰਾਈਟਿੰਗ ਐਂਡ ਸਪੀਚਿਸ ਹੈ, ਜਿਹੜਾ ਉਹਨਾਂ ਦਾ ਫਲਸਫਾ ਸਾਡੇ ਕੋਲ ਮੌਜੂਦ ਹੈ, ਉਹਦੇ ਬਾਰੇ ਗੱਲ ਕਰੂੰਗਾ। ਤੀਸਰੀ ਗੱਲ ਜਿਹੜੀ ਮੈਂ ਕਰੂੰਗਾ ਉਹ ਸਾਡੀ ਆਜ਼ਾਦੀ ਦੀ, ਸਾਡੀ ਗੁਲਾਮੀ ਦੀ ਤੇ ਸਾਡੀ ਆਜ਼ਾਦੀ ਦੁਆਰਾ ਗੁਲਾਮੀ ਵਿੱਚ ਨਾ ਬਦਲ ਜਾਵੇ, ਇਸ ਨੁਕਤੇ ਤੇ ਗੱਲ ਕਰੂੰਗਾ। ਤੇ ਚੌਥੀ ਗੱਲ ਜਿਹੜੀ ਹੈ ਉਹ ਇੱਕ ਫਿਲਾਸਫੀਕਲ ਗੱਲ ਹੈ, ਉਹ ਮੈਂ ਬਾਅਦ ਦੇ ਵਿੱਚ ਦੱਸੂਗਾ ਕਿ ਉਹ ਕਿਹੜੀ ਗੱਲ। ਸੋ ਪਹਿਲੀ ਗੱਲ ਕਿ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਗੁਰੂ ਕੌਣ ਸੀ। ਆਪਾਂ ਵੀ ਕਈਆਂ ਨੂੰ ਗੁਰੂ ਮੰਨਦੇ ਹਾਂ, ਹਰ ਇਨਸਾਨ ਨੇ ਕਿਸੇ ਨਾ ਕਿਸੇ ਨੂੰ ਆਪਣਾ ਗੁਰੂ ਬਣਾਇਆ ਹੋਇਆ, ਔਰ ਜ਼ਿਆਦਾਤਰ ਸਾਡਾ ਗੁਰੂ ਉਹ ਹੁੰਦਾ ਜਿਹਨੂੰ ਅਸੀਂ ਦੇਖਿਆ ਹੁੰਦਾ, ਜਿਹਦੇ ਨਾਲ ਅਸੀਂ ਵਿਚਰੇ ਹੁੰਦੇ ਹਾਂ, ਜਿਹਨੂੰ ਅਸੀਂ ਸੁਣਿਆ ਹੁੰਦਾ, ਜਾਂ ਜਿਹੜਾ ਕਿਸੇ ਨਾ ਕਿਸੇ ਰੂਪ ਦੇ ਵਿੱਚ, ਪ੍ਰਤੱਖ ਰੂਪ ਦੇ ਵਿੱਚ ਸਾਡੀ ਲਾਈਫ ਨੂੰ ਪ੍ਰਭਾਵਿਤ ਕਰਦਾ। ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਜਦੋਂ ਗੁਰੂਆਂ ਦੀ ਗੱਲ ਹੋਈ ਹੈ ਤਾਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੁਨੀਆ ਦੀਆਂ ਮਹਾਨ ਯੂਨੀਵਰਸਿਟੀਆਂ ਦੇ ਵਿੱਚ ਪੜ੍ਹੇ। ਕਿਹੜੀ ਯੂਨੀਵਰਸਿਟੀ? ਕੋਲੰਬੀਆ ਯੂਨੀਵਰਸਿਟੀ ਨਿਊਯਾਰਕ, ਲੰਡਨ ਸਕੂਲ ਆਫ ਇਕਨੋਮਿਕਸ, ਗ੍ਰੇਜ਼ ਇੰਸਟੀਚਿਊਟ ਆਫ ਲਾਅ, ਬੋਨ ਯੂਨੀਵਰਸਿਟੀ ਜਰਮਨੀ, ਤੇ ਇਹ ਬੜੇ ਵੱਡੇ ਇੰਸਟੀਚਿਊਟ ਹੈ, ਇਹਨਾਂ ਦਾ ਬਹੁਤ ਵੱਡਾ ਨਾਮ ਹੈ ਦੁਨੀਆ ਦੇ ਅੰਦਰ। ਬਾਬਾ ਸਾਹਿਬ ਇਹਨਾਂ ਯੂਨੀਵਰਸਿਟੀਆਂ 'ਚ ਪੜ੍ਹੇ, ਔਰ ਜਿਨ੍ਹਾਂ ਟੀਚਰਾਂ ਦੀ ਰਹਿਨੁਮਾਈ ਦੇ ਵਿੱਚ ਉਹ ਪੜ੍ਹੇ, ਉਹਨਾਂ ਟੀਚਰਾਂ ਦਾ ਵੀ ਆਪਣੇ ਪੂਰੇ ਵਰਲਡ ਦੇ ਉੱਤੇ ਨਾਮ ਹੈ। ਪ੍ਰੋਫੈਸਰ ਜੌਨ ਡੀਵੇ, ਪ੍ਰੋਫੈਸਰ ਸੈਲਿੰਗਮੈਨ, ਪ੍ਰੋਫੈਸਰ ਲਾਸਕੀ, ਇਹ ਬਹੁਤ ਵੱਡੇ ਨਾਮ ਹੈ। ਇਹਨਾਂ ਦਾ ਨਾਮ ਤੁਸੀਂ ਕਦੇ ਨੈਟ ਤੇ ਪੜ੍ਹ ਕੇ ਦੇਖੋ, ਇਹਨਾਂ ਦੀਆਂ ਪ੍ਰਾਪਤੀਆਂ, ਇਹਨਾਂ ਦਾ ਫਲਸਫਾ ਬਹੁਤ ਕਮਾਲ ਦਾ ਫਲਸਫਾ ਇਹਨਾਂ ਦਾ। ਪਰ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੂੰ ਜਦੋਂ ਆਪਣੇ ਗੁਰੂ ਮੰਨਣ ਦੀ ਗੱਲ ਆਈ ਤਾਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਕਿਸੇ ਵੀ ਵੈਸਟਰਨ ਦੇ ਸਕਾਲਰ ਨੂੰ ਆਪਣਾ ਗੁਰੂ ਨਹੀਂ ਮੰਨਿਆ, ਕਿਸੇ ਵੀ ਪੱਛਮ ਦੇ ਫਿਲਾਸਫਰ ਨੂੰ ਆਪਣਾ ਗੁਰੂ ਨਹੀਂ ਮੰਨਿਆ। ਤਾਂ ਬਾਬਾ ਸਾਹਿਬ ਨੇ ਇਸੇ ਹੀ ਭਾਰਤ ਦੀ ਭੂਮੀ ਦੇ ਪੈਦਾ ਹੋਏ ਮਹਾਨ ਪੁਰਸ਼ ਜਿਹੜੇ ਸੀਗੇ, ਮਹਾਨ ਰਹਿਬਰ ਸੀ, ਉਹਨਾਂ ਨੂੰ ਆਪਣਾ ਗੁਰੂ ਮੰਨਿਆ। ਕਿਹੜੇ ਗੁਰੂ? ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ। ਬਾਬਾ ਸਾਹਿਬ ਡਾਕਟਰ ਅੰਬੇਡਕਰ ਕਹਿੰਦੇ ਮੇਰੇ 3 ਗੁਰੂ ਨੇ। ਮੇਰੇ ਪਹਿਲੇ ਗੁਰੂ ਤਥਾਗਤ ਗੌਤਮ ਬੁੱਧ ਨੇ, ਮੇਰੇ ਦੂਸਰੇ ਗੁਰੂ ਸਤਿਗੁਰੂ ਕਬੀਰ ਜੀ ਮਹਾਰਾਜ, ਤੇ ਮੇਰੇ ਤੀਸਰੇ ਗੁਰੂ ਮਹਾਤਮਾ ਜੋਤੀਬਾ ਫੂਲੇ। ਬਾਬਾ ਸਾਹਿਬ ਇਹਨਾਂ ਤਿੰਨਾਂ ਮਹਾਂਪੁਰਸ਼ਾਂ ਨੂੰ ਆਪਣੀ ਜ਼ਿੰਦਗੀ 'ਚ ਕਦੇ ਨਹੀਂ ਮਿਲੇ, ਕਿਉਂਕਿ ਜਦੋਂ ਬਾਬਾ ਸਾਹਿਬ ਦਾ ਜਨਮ ਹੋਇਆ ਉਦੋਂ ਇਹ ਮਹਾਂਪੁਰਸ਼ ਦੁਨੀਆ 'ਚ ਨਹੀਂ ਸੀ। ਬਾਬਾ ਸਾਹਿਬ ਨੇ ਇਹਨਾਂ ਤਿੰਨਾਂ ਮਹਾਂਪੁਰਸ਼ਾਂ ਨੂੰ ਸਿਰਫ ਤੇ ਸਿਰਫ ਉਹਨਾਂ ਦੀ ਵਿਚਾਰਧਾਰਾ ਕਰਕੇ ਜਾਣਿਆ, ਉਹਨਾਂ ਨੂੰ ਪੜ੍ਹਿਆ, ਉਹਨਾਂ ਦੇ ਕੀਤੇ ਹੋਏ ਸੰਘਰਸ਼ ਨੂੰ ਦੇਖਿਆ, ਔਰ ਉਹਨਾਂ ਦੇ ਕੀਤੇ ਹੋਏ ਸੰਘਰਸ਼ ਦਾ ਮਹੱਤਵ ਭਾਰਤ ਦੇ ਇਤਿਹਾਸ ਦੇ ਨਾਲ ਜੋੜ ਕੇ ਜਦੋਂ ਦੇਖਿਆ ਤਾਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਕਿਹਾ ਕਿ ਇਹਨਾਂ ਮਹਾਂਪੁਰਸ਼ਾਂ ਤੋਂ ਵੱਡਾ ਮਹਾਂਪੁਰਸ਼ ਤਾਂ ਇਸ ਭਾਰਤ ਦੀ ਭੂਮੀ ਤੇ ਕੋਈ ਪੈਦਾ ਹੀ ਨਹੀਂ ਹੋਇਆ। ਤਾਂ ਇਸ ਕਰਕੇ ਉਹਨਾਂ ਨੇ ਇਹਨਾਂ ਤਿੰਨਾਂ ਨੂੰ ਆਪਣਾ ਗੁਰੂ ਮੰਨਿਆ। ਤਾਂ ਇਹਦਾ ਇਤਿਹਾਸਿਕ ਮਹੱਤਵ ਕੀ ਹੈ ਉਹ ਸਾਨੂੰ ਸਮਝਣ ਦੀ ਲੋੜ ਹੈ। ਜਦੋਂ ਅਸੀਂ ਇਹਦੀ ਪੜਤਾਲ ਕਰਦੇ ਹਾਂ ਕਿ ਬਾਬਾ ਸਾਹਿਬ ਨੇ ਇਹਨਾਂ ਹੀ ਲੋਕਾਂ ਨੂੰ ਆਪਣੇ ਗੁਰੂ ਕਿਉਂ ਕਿਹਾ, ਤਾਂ
ਗੱਲ ਸਾਹਮਣੇ ਆਉਂਦੀ ਹੈ ਕਿ ਭਾਰਤ ਦਾ ਇਤਿਹਾਸ, ਭਾਰਤ ਦੇ ਇਤਿਹਾਸ ਦੇ ਅੰਦਰ ਜਿਹੜਾ ਵੰਚਿਤ ਸਮਾਜ ਹੈ, ਜਿਹੜਾ ਗੁਲਾਮ ਸਮਾਜ ਹੈ, ਔਰ ਬਹੁਤ ਵੱਡੀ ਤਾਦਾਦ ਦੇ ਵਿੱਚ ਇਸ ਦੇਸ਼ ਦੀ ਲਗਭਗ 80-85% ਆਬਾਦੀ, ਕਿ ਭਾਰਤ ਦਾ ਜਿਹੜਾ ਵੰਚਿਤ ਸਮਾਜ ਹੈ, ਭਾਰਤ ਦਾ ਜਿਹੜਾ ਗੁਲਾਮ ਸਮਾਜ ਹੈ, ਉਹਦੀ ਆਜ਼ਾਦੀ ਦੀ ਲੜਾਈ ਇਹਨਾਂ ਤਿੰਨਾਂ ਪੜਾਵਾਂ ਦੇ ਵਿੱਚੋਂ ਦੀ ਹੋ ਕੇ ਲੜੀ ਗਈ। ਆਜ਼ਾਦੀ ਦੀ ਲੜਾਈ ਦੇ ਜਿਹੜੇ ਤਿੰਨ ਪੜਾਅ ਆ, ਇਹਨਾਂ ਤਿੰਨਾਂ ਪੜਾਵਾਂ ਦੇ ਜਿਹੜੇ ਰਹਿਬਰ ਹੈ, ਇਹਨਾਂ ਤਿੰਨਾਂ ਪੜਾਵਾਂ ਦੇ ਜਿਹੜੇ ਰਾਹ ਦਸੇਰੇ ਆ, ਜਿਹੜੇ ਟਾਰਚ ਵੀਰ ਆ, ਜਿਹੜੇ ਜਿਨ੍ਹਾਂ ਨੇ ਮਸ਼ਾਲ ਚੱਕੀ ਇਹਨਾਂ ਤਿੰਨਾਂ ਪੜਾਵਾਂ ਦੇ ਵਿੱਚ, ਉਹਨਾਂ ਮਹਾਂਪੁਰਸ਼ਾਂ ਦੀ ਵਿਚਾਰਧਾਰਾ ਦੀ ਰਹਿਨੁਮਾਈ ਦੇ ਹੇਠ ਭਾਰਤ ਦੇ ਵੰਚਿਤਾਂ ਦੀ ਆਜ਼ਾਦੀ ਦੀ ਲੜਾਈ ਲੜੀ ਗਈ। ਪਹਿਲੀ ਲੜਾਈ ਤਥਾਗਤ ਗੌਤਮ ਬੁੱਧ ਦੀ ਵਿਚਾਰਧਾਰਾ ਦੀ ਅਗਵਾਈ ਦੇ ਵਿੱਚ ਲੜੀ ਗਈ, ਜਿਹਦਾ ਸਿੱਟਾ ਕੀ ਨਿਕਲਿਆ, ਜਿਹਦਾ ਰਿਜ਼ਲਟ ਇਹ ਨਿਕਲਿਆ ਕਿ ਭਾਰਤ ਦੇ ਅੰਦਰ ਮੌਰਿਆ ਸਾਮਰਾਜ ਹੋਂਦ ਵਿੱਚ ਆਇਆ। ਮਹਾਨ ਰਾਜਾ ਸਮਰਾਟ ਅਸ਼ੋਕ, ਚੰਦਰਗੁਪਤ ਮੌਰਿਆ, ਇਹਨਾਂ ਦਾ ਜਿਹੜਾ ਮੌਰਿਆ ਵੰਸ਼ ਹੈ ਉਹ ਹੋਂਦ ਵਿੱਚ ਆਇਆ। 180 ਕੇ 188 ਸਾਲ ਦਾ ਮੌਰਿਆ ਸਾਮਰਾਜ ਜਿਹਨੇ ਇਸ ਦੇਸ਼ ਦੇ ਉੱਤੇ ਸ਼ਾਸਨ ਕੀਤਾ, ਔਰ ਇਹ 188 ਸਾਲ ਜਿਹਦੇ ਕਰਕੇ ਭਾਰਤ ਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ, ਭਾਰਤ ਨੂੰ ਇੱਕ ਵਰਲਡ ਪਾਵਰ ਦੇ ਨਾਮ ਨਾਲ ਉਸ ਸਮੇਂ ਦੁਨੀਆ ਦੇ ਵਿੱਚ ਜਾਣਿਆ ਜਾਂਦਾ ਸੀ। ਅੱਜ ਵੀ ਜਦੋਂ ਖੁਦਾਈ ਦੇ ਵਿੱਚ ਇਹ ਗੱਲਾਂ ਨਿਕਲ ਕੇ ਸਾਹਮਣੇ ਆਉਂਦੀਆਂ ਤਾਂ ਲੋਕ ਹੈਰਾਨ ਹੋ ਜਾਂਦੇ ਕਿ ਅੱਜ ਤੋਂ 2000 ਸਾਲ ਪਹਿਲਾਂ, 2500 ਸਾਲ ਪਹਿਲਾਂ ਦੁਨੀਆ ਦੇ ਵਿੱਚ ਕੋਈ ਇਹੋ ਜਿਹੀ ਸਿਵਲਾਈਜੇਸ਼ਨ ਵੀ ਸੀ, ਇੰਨੀ ਡਿਵੈਲਪ ਸਿਵਲਾਈਜੇਸ਼ਨ ਵੀ ਸੀ। ਤਾਂ ਉਹ ਜਿਹੜੀ ਵਿਚਾਰਧਾਰਾ ਦੇ ਉਹ ਤਥਾਗਤ ਗੌਤਮ ਬੁੱਧ ਦੀ ਵਿਚਾਰਧਾਰਾ ਦੇ ਉੱਤੇ ਆਧਾਰਿਤ ਉਹ ਰਾਜ ਬਣਿਆ ਸੀ, ਉਹ ਰਾਸ਼ਟਰ ਬਣਿਆ ਸੀ। ਔਰ ਭਾਰਤ ਅਫਗਾਨਿਸਤਾਨ ਤੋਂ ਲੈ ਕੇ ਨੀਚੇ ਸ਼੍ਰੀਲੰਕਾ ਤੱਕ ਭਾਰਤ ਇੱਕ ਅਖੰਡ ਭਾਰਤ ਸੀ, ਔਰ ਭਾਰਤ ਦਾ ਲਗਭਗ 16-17 ਕੰਟਰੀਆਂ ਦੇ ਉੱਤੇ ਇੰਡਾਇਰੈਕਟ ਰਾਜ ਸੀਗਾ। ਐਡੀ ਵੱਡਾ ਸਾਮਰਾਜ ਸੀ ਉਸ ਵੇਲੇ ਭਾਰਤ। तो इस करके बाबा साहब ने कहा कि तथागत गौतम बुद्ध की विचारधारा इन्नी विशाल विचारधारा, इन्नी मजबूत विचारधारा सी कि पूरे वर्ल्ड के विच तथागत गौतम की विचारधारा फैली। अज आप देखते हैं, बच्चे थोड़ा चुप करा दो भाई, बच्चे तो अज आप देखते हैं कि भारत को छड्ड के पूरे विश्व के विच तथागत गौतम बुद्ध की विचारधारा जी है वो प्रचलित है। भारत के वंचित लोगों की दूसरी वड्डी आज़ादी की लड़ाई जी कदों लड़ी गई, मध्यकालीन भारत के उस लड़ाई के झंडा बरदार कौन सन? सतगुरु कबीर जी महाराज। हुण मैं जो सतगुरु कबीर जी महाराज की गल करदा तो मेरा कहने का भाव ये नहीं कि मैं कल्ले सतगुरु कबीर जी महाराज की गल कर रहा। सतगुरु कबीर जी महाराज की पूरी टीम सी, उस टीम के किहड़े-किहड़े सिरकट मैंबर सन। सतगुरु कबीर जी महाराज खुद जिहड़े कि लीड कर रहे सन उस मूवमेंट नूं, सतगुरु रविदास जी महाराज, सतगुरु नामदेव जी महाराज, श्री गुरु नानक देव जी, ते पूरे भारत दे विच संतां महापुरुषां की एक बहुत बड़ी टीम सी जिन्होंने पूरे भारत दे विच मनुवाद के खिलाफ, जाति व्यवस्था के खिलाफ, छुआछूत के खिलाफ, अंधविश्वासों के खिलाफ बहुत बड़े पद्धर से जिन्होंने लड़ाई लड़ी। और आज आप श्री गुरु रविदास महाराज को याद कर रहे हैं तो उस लड़ाई के जोड़े झंडा बरदार सी वो सतगुरु कबीर जी महाराज से। इस करके बाबा साहब ने कहा कि सतगुरु कबीर जी मेरे दूसरे गुरु हैं। तो तीसरे गुरु उन्होंने कहा महात्मा ज्योतिबा फूले। महात्मा ज्योतिबा फूले जो असं उन्होंने जीवन संघर्ष में देखते हैं तब अंग्रेजों के समय के समाजिक परिवर्तन की जिड्डी वड्डी लड़ाई महात्मा ज्योतिबा फूले ने लड़ी है। तो जो बाबा साहब उन्होंने संघर्ष को देखा, उन्होंने संघर्ष भी लगभग बाबा साहब डॉक्टर अम्बेडकर के संघर्ष वर्गा ही। तो इस करके बाबा साहब ने कहा कि महात्मा ज्योतिबा फूले मेरे तीसरे गुरु। हुण बाबा साहब ने इन तिन्ना महापुरुषों को अपने गुरु कह के साडे समाज को सुनेहा की दिता, सुनेहा की देने की कोशिश की है। उन्होंने सुनेहा ये देने की कोशिश की है कि तथागत गौतम बुद्ध की विचारधारा, सतगुरु कबीर जी महाराज की विचारधारा, सतगुरु रविदास जी महाराज की विचारधारा, महात्मा ज्योतिबा फूले की विचारधारा ते बाबा साहब डॉक्टर अम्बेडकर की विचारधारा एक इक्को ही है। ये कोई फर्क नहीं है, ये कोई वंड नहीं हैगी, ये कोई वखरेवा नहीं है। जो गल तथागत गौतम बुद्ध कह रहे हैं वही गल श्री गुरु रविदास महाराज कह रहे हैं, वही गल बाबा साहब डॉक्टर अम्बेडकर कह रहे हैं। हुण मैं जिहड़ा अगला नुकता फड़ना सी इस गल नूं दस्सण तों बाद वो ये सीगा कि बाबा साहब डॉक्टर अम्बेडकर ने तो इन्हां महापुरुषों को एक लड़ी में परो दिता, पर असी की कर रहे हैं? असी इन्हां तिन्नां महापुरुषों के नाम के उत्ते समाज के वंडियां पा रहे हैं।
ਕਿੱਦਾਂ ਦੀਆਂ ਵੰਡੀਆਂ ਜੀ? ਤਥਾਗਤ ਗੌਤਮ ਬੁੱਧ ਦੀ ਵਿਚਾਰਧਾਰਾ ਜਿਹੜੀ ਆ ਉਹ ਗੁਰੂ ਰਵਿਦਾਸ ਦੀ ਵਿਚਾਰਧਾਰਾ ਤੋਂ ਅਲੱਗ ਹੈ। ਇੱਕ ਇਹ ਵੱਡੀ ਬਾਤ ਹੈ। ਜਿਹੜਾ ਬੰਦਾ ਬੁੱਧ ਦੀ ਵਿਚਾਰਧਾਰਾ ਨੂੰ ਮੰਨਦਾ ਉਹ ਗੁਰੂ ਰਵਿਦਾਸ ਦੀ ਵਿਚਾਰਧਾਰਾ ਨੂੰ ਨਹੀਂ ਮੰਨਦਾ। ਜਿਹੜਾ ਬੰਦਾ ਗੁਰੂ ਰਵਿਦਾਸ ਜਾਂ ਗੁਰੂ ਕਬੀਰ ਜੀ ਦੀ ਵਿਚਾਰਧਾਰਾ ਨੂੰ ਮੰਨਦਾ ਉਹ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੀ ਵਿਚਾਰਧਾਰਾ ਨੂੰ ਨਹੀਂ ਮੰਨਦਾ। ਅੱਜ ਸਾਡੇ ਸਾਹਮਣੇ ਇਹ ਚੈਲੰਜ ਹੈ। ਅੱਜ ਜਿਹੜੀ ਸਾਡੀ ਪਿਛਲੀ ਪੀੜ੍ਹੀ ਹੈ ਉਹਨੇ ਸਾਨੂੰ ਇਹ ਵਖਰੇਵਾਂ ਸਾਡੇ ਪੱਲੇ ਪਾਇਆ, ਪਰ ਇਹ ਜਿਹੜਾ ਵਖਰੇਵਾਂ ਹੈ ਜਿੰਨੀ ਜਲਦੀ ਦੂਰ ਨਹੀਂ ਹੁੰਦਾ ਸਮਾਜ ਦੇ ਵਿੱਚੋਂ, ਉਨੀ ਜਲਦੀ ਸਮਾਜ ਇਕੱਠਾ ਨਹੀਂ ਹੋਣਾ, ਉਨੀ ਜਲਦੀ ਸਮਾਜ ਮਜ਼ਬੂਤ ਨਹੀਂ ਬਣਨਾ। तो इस करके ਅੱਜ ਜਿਹੜੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਮਿਸ਼ਨ ਦੇ ਉੱਤੇ ਕੰਮ ਕਰ ਰਹੇ ਆ ਲੋਕ ਸਾਡੇ ਵਰਗੇ, ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਆਹ ਪੀੜ੍ਹੀ ਜਦੋਂ ਸਾਡੀ ਜਗ੍ਹਾ ਦੇ ਉੱਤੇ ਆਵੇ ਤਾਂ ਇਹਨਾਂ ਦੇ ਵਿੱਚ ਇਹ ਵੰਡ ਇਹ ਵਖਰੇਵਾਂ ਇਹਨਾਂ ਦੇ ਸਾਹਮਣੇ ਨਾ ਹੋਵੇ। ਉਦੋਂ ਇਹ ਜਿਹੜੀ ਗੱਲ ਅਸੀਂ ਅੱਜ ਕਹਿ ਰਹੇ ਹਾਂ ਕਿ ਇਹਨਾਂ ਤਿੰਨਾਂ ਮਹਾਂਪੁਰਸ਼ਾਂ ਦੀ ਵਿਚਾਰਧਾਰਾ ਇੱਕ ਹੈ, ਤਾਂ ਇਹ ਲੋਕ ਉਸ ਲੜਾਈ ਤੋਂ ਨਾ ਗੱਲ ਸ਼ੁਰੂ ਕਰਨ, ਉਹ ਇਹ ਗੱਲ ਸਮਝ ਕੇ ਸ਼ੁਰੂ ਕਰਨ, ਉਹ ਤੋਂ ਅੱਗੇ ਦੀ ਗੱਲ ਸ਼ੁਰੂ ਕਰਨ। ਅੱਜ ਤਾਂ ਸਾਡੀ ਸਾਰੀ ਦੀ ਸਾਰੀ એનર્ਜੀ ਲੋਕਾਂ ਨੂੰ ਇਹੀ ਗੱਲ ਸਮਝਾਉਣ ਤੇ ਲੱਗ ਜਾਂਦੀ ਆ ਵੀ ਇਹ ਸਾਰੇ ਇੱਕੋ ਹੀ ਆ ਮਹਾਂਪੁਰਸ਼। ਇਸ ਕਰਕੇ ਅਸੀਂ ਇਹਦੇ ਵਿੱਚ ਵੱਡਿਆਂ ਦੇ ਪੈਂਦੇ। ਇਸ ਅੱਜ ਦਾ ਚੈਲੰਜ ਹੈ ਸਾਡੇ ਸਾਹਮਣੇ, ਔਰ ਇਸ ਚੈਲੰਜ ਨੂੰ ਅਸੀਂ ਆਪਣੇ ਸਮਾਜ ਦੀ ਅਗਲੀ ਪੀੜ੍ਹੀ ਦੇ ਵਿੱਚ ਸਥਾਪਿਤ ਕਰਨਾ। ਤਾਂ ਉਸ ਤੋਂ ਅਗਲੀ ਗੱਲ ਜਿਹੜੀ ਮੈਂ ਤੁਹਾਡੇ ਨਾਲ ਕਰਨੀ ਸੀ ਉਹ ਗੱਲ ਕਰਨੀ ਹੈ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੀਆਂ ਜਿਹੜੀਆਂ ਰਾਈਟਿੰਗ ਐਂਡ ਸਪੀਚਸ ਹੈ, ਜਿਹੜੀ ਉਹਨਾਂ ਦੀ ਵਿਚਾਰਧਾਰਾ ਪੂਰੀ ਦੁਨੀਆ ਦੇ ਵਿੱਚ। ਬਾਬਾ ਸਾਹਿਬ ਡਾਕਟਰ ਅੰਬੇਡਕਰ ਦੀ ਵਿਲੱਖਣਤਾ ਇਸ ਗੱਲ ਇਹ ਹੈ ਕਿ ਉਹਨਾਂ ਨੇ ਜਿਹੜੀ ਵੀ ਗੱਲ ਸੋਚੀ, ਜਿਹੜੀ ਵੀ ਗੱਲ ਕਹੀ, ਕਿਤੇ ਭਾਸ਼ਣ ਦੇ ਰੂਪ ਦੇ ਵਿੱਚ ਜਾਂ ਲੋਕਾਂ ਨੂੰ ਸਮਝਾਉਣ ਦੇ ਰੂਪ ਦੇ ਵਿੱਚ ਕਹੀ, ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਕਿ ਹਰ ਉਸ ਗੱਲ ਨੂੰ ਉਹਨਾਂ ਨੇ ਕਾਗਜ਼ ਦੇ ਉੱਤੇ ਲਿਖ ਲਿਆ। ਔਰ ਇਦਾਂ ਲਿਖਦੇ ਲਿਖਦੇ ਉਹਨਾਂ ਨੇ ਲਿਖਤਾਂ ਨੂੰ ਇੰਨੇ ਪਿਆਰ ਨਾਲ ਸੰਭਾਲ ਕੇ ਰੱਖਿਆ, ਆਪਣੀ ਔਲਾਦ ਨਾਲੋਂ ਵੀ ਜ਼ਿਆਦਾ ਸੰਭਾਲ ਕੇ ਰੱਖਿਆ। ਔਰ ਉਹ ਸਾਰੀਆਂ ਲਿਖਤਾਂ ਉਹਨਾਂ ਨੇ ਅੰਗਰੇਜ਼ੀ ਦੇ ਵਿੱਚ ਲਿਖੀਆਂ, ਇੰਗਲਿਸ਼ ਦੇ ਵਿੱਚ ਲਿਖੀਆਂ। ਤਾਂ ਬਹੁਤ ਸਾਰੇ ਲੋਕ ਉਦੋਂ ਬਾਬਾ ਸਾਹਿਬ ਨੂੰ ਕਹਿੰਦੇ ਹੁੰਦੇ ਸੀਗੇ ਕਿ ਬਾਬਾ ਸਾਹਿਬ ਆ ਜਿਹੜੇ ਸਮਾਜ ਹੈ ਤੁਹਾਡਾ, ਜਿਹੜੀ ਤੁਸੀਂ ਰਹਿਨੁਮਾਈ ਕਰਦੇ ਆ ਜਾਂ ਜਿਹੜੀ ਤੁਸੀਂ ਲੜਾਈ ਲੜਦੇ ਆ, ਵੀ ਉਹਨਾਂ ਨੂੰ ਤਾਂ ਜਿਹੜੀ ਸਾਡੀ ਲੋਕਲ ਭਾਸ਼ਾ ਆ ਉਹ ਵੀ ਨਹੀਂ ਆਉਂਦੀ, ਤਾਂ ਤੁਸੀਂ ਅੰਗਰੇਜ਼ੀ ਕਿਉਂ ਲਿਖਦੇ ਆ? ਤਾਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਇਹ ਕਹਿੰਦੇ ਹੁੰਦੇ ਸੀਗੇ ਕਿ ਇਹ ਗੱਲ ਦਾ ਮੈਨੂੰ ਪਤਾ ਆ ਕਿ ਅੱਜ ਮੇਰੇ ਸਮਾਜ ਨੂੰ ਕੋਈ ਵੀ ਭਾਸ਼ਾ ਨਹੀਂ ਆਉਂਦੀ, ਅਕਸ਼ਰ ਗਿਆਨ ਨਹੀਂ ਹੈਗਾ, ਪਰ ਜਿੱਦਾਂ ਦਾ ਹਾਲਾਤ ਇਸ ਦੇਸ਼ ਦੇ ਅੰਦਰ ਬਣ ਜਾਣੇ ਆ, ਇੱਕ ਸਮਾਂ ਇਦਾਂ ਦਾ ਆਉਣਾ ਕਿ ਇਸ ਦੇਸ਼ ਦਾ, ਮੇਰੇ ਸਮਾਜ ਦਾ ਹਰ ਵਿਅਕਤੀ ਪੜ੍ਹਿਆ ਲਿਖਿਆ ਹੋਣਾ, ਕੱਲੀ ਉਹਨੂੰ ਲੋਕਲ ਭਾਸ਼ਾ ਹੀ ਨਹੀਂ ਆਉਂਦੀ, ਉਹਨੂੰ ਇੰਗਲਿਸ਼ ਵੀ ਆਉਂਦੀ ਹੋਣੀ ਆ। ਇਸ ਕਰਕੇ ਇਹ ਜਿਹੜੀਆਂ ਲਿਖਤਾਂ ਮੈਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਲਿਖ ਕੇ ਛੱਡ ਕੇ ਜਾ ਰਿਹਾ। ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਜਦੋਂ ਵੀ ਇਹਨਾਂ ਲਿਖਤਾਂ ਨੂੰ ਪੜ੍ਹਨਗੀਆਂ, ਸਮਝਣਗੀਆਂ, ਤਾਂ ਉਹਨਾਂ ਨੂੰ ਇਹ ਪਤਾ ਲੱਗੂਗਾ ਕਿ ਇਸ ਦੇਸ਼ ਦੀਆਂ ਸਮੱਸਿਆਵਾਂ ਕੀ ਹੈ, ਇਹਨਾਂ ਦੇਸ਼ ਦੀਆਂ ਸਮੱਸਿਆਵਾਂ ਦਾ ਹੱਲ ਕਿੱਦਾਂ ਕਰਨਾ। ਇਸ ਕਰਕੇ ਇਹ ਸਾਰੀਆਂ ਲਿਖਤਾਂ ਸਾਡੇ ਵਾਸਤੇ ਰੱਖੀਆਂ ਹੋਈਆਂ, ਤੁਹਾਡੇ ਵਾਸਤੇ ਰੱਖੀਆਂ ਹੋਈਆਂ, ਇਸ ਪੀੜ੍ਹੀ ਵਾਸਤੇ ਰੱਖੀਆਂ ਹੋਈਆਂ। ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਇਹ ਗੱਲ ਕਹੀ ਸੀ, ਇੱਕ ਇਟਾਲੀਅਨ ਫਿਲਾਸਫਰ ਸੀ ਮੈਜ਼ਨੀ ਨੇ ਕਿਹਾ ਸੀਗਾ ਕਿ ਚੰਗਾ ਵਿਚਾਰ ਜਾਂ ਸੱਚਾ ਵਿਚਾਰ ਕਦੇ ਨਹੀਂ ਮਰਦਾ। ਤਾਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਕਿਹਾ ਨਹੀਂ, ਇਹ ਗੱਲ ਗਲਤ ਹੈ। ਮੈਂ ਮੈਜ਼ਨੀ ਦੇ ਇਸ ਤਾਂ ਬਾਬਾ ਸਾਹਿਬ ਨੇ ਕਿਹਾ ਕਿ ਮੈਂ ਮੈਜ਼ਨੀ ਦੇ ਇਸ ਵਿਚਾਰ ਨਾਲ ਸਹਿਮਤ ਨਹੀਂ ਹਾਂ। ਬਾਬਾ ਸਾਹਿਬ ਕਹਿੰਦੇ ਚੰਗਾ ਵਿਚਾਰ ਵੀ ਮਰ ਜਾਂਦਾ, ਚੰਗੇ ਵਿਚਾਰ ਵੀ ਖਤਮ ਹੋ ਜਾਂਦੇ, ਸੱਚ ਵੀ ਮਰ ਜਾਂਦਾ, ਇੱਕ ਏਦਾਂ ਦੀ ਸਟੇਜ ਆ ਜਾਂਦੀ ਹੈ। ਬਾਬਾ ਸਾਹਿਬ ਕਹਿੰਦੇ ਚੰਗਾ ਵਿਚਾਰ ਜਾਂ ਚੰਗੀ ਵਿਚਾਰਧਾਰਾ ਇੱਕ ਨਾਜ਼ੁਕ ਪੌਦੇ ਦੀ ਤਰ੍ਹਾਂ ਹੈ। ਜਿਸ ਤਰ੍ਹਾਂ ਇੱਕ ਪੌਦੇ ਨੂੰ ਅਸੀਂ ਸੰਭਾਲਦੇ ਨਹੀਂ, ਉਹਨੂੰ ਪਾਣੀ ਨਹੀਂ ਦਿੰਦੇ, ਖਾਦ ਨਹੀਂ ਦਿੰਦੇ, ਉਹਦੀ ਸੇਵਾ ਸੰਭਾਲ ਨਹੀਂ ਕਰਦੇ, ਤਾਂ ਉਹ ਪੌਦਾ ਮਰ ਜਾਂਦਾ। ਇਸੇ ਤਰ੍ਹਾਂ ਚੰਗਾ ਵਿਚਾਰ ਹੈ। ਜੇਕਰ ਚੰਗੇ ਵਿਚਾਰਾਂ ਦਾ ਪ੍ਰਚਾਰ ਤੇ ਪ੍ਰਸਾਰ ਵੱਡੇ ਪੱਧਰ ਉੱਤੇ ਨਾ ਕੀਤਾ ਜਾਵੇ ਤਾਂ ਸਮਾਂ ਰਹਿ ਕੇ ਉਹ ਵਿਚਾਰ ਖਤਮ ਹੋ ਜਾਂਦੇ। ਤਥਾਗਤ ਗੌਤਮ, ਇਹਦਾ ਜੇਕਰ ਤੁਸੀਂ ਸਹੀ ਮਿਸਾਲ ਦੇਖਣੀ ਹੈ ਵੀ ਚੰਗੀ ਵਿਚਾਰਧਾਰਾ ਕਿੱਦਾਂ ਅਲੋਪ ਹੋਈ, ਕਿੱਦਾਂ ਖਤਮ ਹੋਈ, ਤਾਂ ਇਹਦੀ ਮਿਸਾਲ, ਸਭ ਤੋਂ ਵੱਡੀ ਮਿਸਾਲ ਜਿਹੜੀ ਆ ਤਥਾਗਤ ਗੌਤਮ ਬੁੱਧ ਦੀ ਵਿਚਾਰਧਾਰਾ, ਜਿਹੜੀ ਜਦੋਂ ਬਾਬਾ ਸਾਹਿਬ ਸੀਨ ਤੇ ਸੀਗੇ ਤਾਂ ਉਸ ਵੇਲੇ ਭਾਰਤ ਦੇ ਵਿੱਚੋਂ ਬਿਲਕੁਲ ਅਲੋਪ ਹੋ ਚੁੱਕੀ ਹੋਈ ਸੀ। ਤਾਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਉਸ ਵਿਚਾਰਧਾਰਾ ਨੂੰ ਨਵੇਂ ਸਿਰੇ ਤੋਂ ਖੋਦ ਕੇ ਬਾਹਰ ਲਿਆਂਦਾ ਔਰ ਸਾਡੇ ਸਾਹਮਣੇ ਰੱਖਿਆ। ਜਦੋਂ ਬਾਬਾ ਸਾਹਿਬ ਨੇ ਕਿਹਾ ਕਿ ਚੰਗਾ ਵਿਚਾਰ ਉਹੀ ਸਥਾਪਿਤ ਹੁੰਦਾ ਜਿਹਦਾ ਸਮੇਂ ਦੇ ਉੱਤੇ ਵੱਡੇ ਪੱਧਰ ਦੇ ਉੱਤੇ ਪ੍ਰਚਾਰ ਤੇ ਪ੍ਰਸਾਰ ਹੁੰਦਾ ਨਹੀਂ। ਤਾਂ ਇਸ ਕਰਕੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੀਆਂ ਲਿਖਤਾਂ ਉਹ ਇੰਨੀਆਂ ਬੇਸ਼ਕੀਮਤੀ ਨੇ ਕਿ ਉਹਨਾਂ ਦਾ ਪ੍ਰਚਾਰ ਤੇ ਪ੍ਰਸਾਰ ਸਮਾਜ ਦੇ ਅੰਦਰ ਵੱਡੇ ਪੱਧਰ ਦੇ ਉੱਤੇ ਹੁੰਦਾ ਰਹਿਣਾ ਚਾਹੀਦਾ, ਔਰ ਜਿਹਦਾ ਉਪਰਾਲਾ ਪ੍ਰਬੁੱਧ ਭਾਰਤ ਫਾਊਂਡੇਸ਼ਨ ਕਰਦੀ ਆ ਰਹੀ ਹੈ ਕਿ ਬਾਬਾ ਸਾਹਿਬ ਦੀਆਂ ਜਿਹੜੀਆਂ ਲਿਖਤਾਂ ਆ ਉਹਨਾਂ ਨੂੰ ਬੱਚਿਆਂ ਦੇ ਵਿੱਚ, ਅਗਲੀ ਪੀੜ੍ਹੀ ਦੇ ਵਿੱਚ ਅਸੀਂ ਫੈਲਾਉਂਦੇ। ਇਸ ਕਰਕੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੀਆਂ ਲਿਖਤਾਂ ਨੂੰ ਪੜ੍ਹਨਾ, ਜਾਣਨਾ, ਸਮਝਣਾ, ਉੱਦਾਂ ਦੇ
ਤਰੀਕੇ ਦੀ ਜਿੱਦਾਂ ਦੀ ਜ਼ਿੰਦਗੀ ਬਾਬਾ ਸਾਹਿਬ ਨੇ ਖੁਦ ਜੀ ਹੈ, ਉੱਦਾਂ ਦੀ ਜ਼ਿੰਦਗੀ ਜੀਣ ਵਾਲੇ ਅਸੀਂ ਆਪਣੇ ਸਮਾਜ ਦੇ ਵਿੱਚ ਲੋਕ ਪੈਦਾ ਕਰਨੇ, ਇਹ ਸਾਡਾ ਮਕਸਦ ਹੋਣਾ ਚਾਹੀਦਾ। ਇਹ ਮੇਰਾ ਦੂਜਾ ਪੁਆਇੰਟ ਸੀ। ਤੀਸਰਾ ਪੁਆਇੰਟ ਜਿਹੜਾ ਸੀ ਉਹ ਆਜ਼ਾਦੀ ਤੇ ਗੁਲਾਮੀ ਦੀ ਗੱਲ ਜਿਹੜੀ ਮੈਂ ਕਰਨੀ ਸੀ। ਅਸੀਂ ਇਸ ਦੇਸ਼ ਦੇ ਵੰਚਿਤ ਲੋਕ, ਅਸੀਂ ਇਸ ਦੇਸ਼ ਦੇ ਗੁਲਾਮ ਲੋਕ, ਸਾਡੇ ਪੁਰਖੇ ਇਸ ਦੇਸ਼ ਦੇ ਗੁਲਾਮ ਲੋਕ, ਸਾਨੂੰ ਆਜ਼ਾਦੀ ਸਾਡੇ ਮਹਾਂਪੁਰਸ਼ਾਂ ਦੇ ਮਹਾਨ ਸੰਘਰਸ਼ ਦੀ ਬਦੌਲਤ ਮਿਲੀ ਹੈ। ਆਜ਼ਾਦੀ ਕੋਈ ਛੋਟੀ ਚੀਜ਼ ਨਹੀਂ ਹੁੰਦੀ। ਆਜ਼ਾਦੀ ਦੀ ਕੀਮਤ ਕੀ ਹੁੰਦੀ ਹੈ, ਕਦੇ ਕਿਸੇ ਗੁਲਾਮ ਕੋਲੋਂ ਪੁੱਛ ਕੇ ਦੇਖਿਓ ਕਿ ਆਜ਼ਾਦੀ ਕੀ ਹੁੰਦੀ ਹੈ। ਅਸੀਂ ਅੱਜ ਆਜ਼ਾਦ ਪੈਦਾ ਹੋਏ ਹਾਂ, ਆਜ਼ਾਦ ਫਿਜ਼ਾ ਵਿੱਚ ਪੈਦਾ ਹੋਏ ਹਾਂ। ਆਜ਼ਾਦੀ ਗੁਲਾਮਾਂ ਨੂੰ ਆਜ਼ਾਦੀ ਜਦ ਵੀ ਮਿਲਦੀ ਹੈ, ਮਤ ਸੋਚਣਾ ਕਿ ਉਹ ਸਦਾ ਰਹਿਣ ਵਾਲੀ। ਇਹ ਸਾਡਾ ਸਭ ਤੋਂ ਵੱਡਾ ਭੁਲੇਖਾ ਹੈ ਕਿ ਅੱਜ ਆਜ਼ਾਦ ਹੋ ਗਏ ਹਾਂ, ਹੁਣ ਸਦਾ ਲਈ ਆਜ਼ਾਦੀ ਸਾਡੀ ਬਰਕਰਾਰ ਹੈ। ਇਹ ਗੱਲ ਕਦੇ ਵੀ ਨਹੀਂ ਆਪਣੇ ਮਨ 'ਚ ਲਿਆਉਣੀ। ਗੁਲਾਮਾਂ ਨੂੰ ਆਜ਼ਾਦੀ ਜਦ ਵੀ ਮਿਲਦੀ ਹੈ, ਕੁਝ ਸ਼ਰਤਾਂ ਦੇ ਉੱਤੇ ਆਧਾਰਿਤ ਮਿਲਦੀ ਹੈ। ਕਿਹੜੀਆਂ ਸ਼ਰਤਾਂ? ਸਾਨੂੰ ਆਜ਼ਾਦੀ ਮਿਲੀ ਹੈ, ਕਿਸ ਸ਼ਰਤ ਦੇ ਉੱਤੇ ਮਿਲੀ ਹੈ? ਸਾਨੂੰ ਆਜ਼ਾਦੀ ਮਿਲੀ ਹੈ ਭਾਰਤ ਦੇ ਸੰਵਿਧਾਨ ਦੀ ਸ਼ਰਤ ਦੇ ਉੱਤੇ, ਕਿ ਜਦ ਤੱਕ ਇਸ ਦੇਸ਼ ਦੇ ਅੰਦਰ ਭਾਰਤ ਦਾ ਸੰਵਿਧਾਨ ਜਿੰਦਾ ਹੈ, ਜਦ ਤੱਕ ਇਸ ਦੇਸ਼ ਦੇ ਅੰਦਰ ਭਾਰਤ ਦਾ ਸੰਵਿਧਾਨ ਲਾਗੂ ਹੈ, ਆ ਸਾਡੇ ਵਰਗੇ ਜਿਹੜੇ ਗੁਲਾਮਾਂ ਨੂੰ ਆਜ਼ਾਦੀ ਮਿਲੀ ਹੋਈ ਆ, ਉਹਨਾਂ ਦੀ ਆਜ਼ਾਦੀ ਸੁਰੱਖਿਅਤ ਹੈ। ਇਸ ਦੇਸ਼ ਦੀ ਨਾਰੀ ਦੀ ਆਜ਼ਾਦੀ ਸੁਰੱਖਿਅਤ ਹੈ। ਜਿੱਦਣ ਭਾਰਤ ਦਾ ਸੰਵਿਧਾਨ ਇਸ ਦੇਸ਼ ਦੇ ਅੰਦਰ ਨਾ ਰਿਹਾ ਜਾਂ ਕਮਜ਼ੋਰ ਹੋ ਗਿਆ ਜਾਂ ਬਦਲ ਦਿੱਤਾ ਗਿਆ, ਤਾਂ ਜਿਹੜੀ ਗੁਲਾਮੀ ਸਾਡੇ ਤੇ ਪਹਿਲਾਂ ਸੀ, ਉਹ ਗੁਲਾਮੀ ਸਾਡੇ ਤੇ ਦੁਬਾਰਾ ਆ ਜਾਣੀ। ਕਿਉਂ? ਬੜੇ ਮਹਾਨ ਵਿਦਵਾਨ ਨੇ ਗੱਲ ਕਹੀ ਹੋਈ ਆ ਕਿ ਹਿਸਟਰੀ ਹੈਜ਼ ਦ ਟੈਂਡੈਂਸੀ ਟੂ ਰਿਪੀਟ ਇਟਸੈਲਫ, ਕਿ ਇਤਿਹਾਸ ਆਪਣੇ ਆਪ ਨੂੰ ਦੁਹਰਾਉਣ ਦੀ ਸਮਰੱਥਾ ਰੱਖਦਾ। ਇਹਦਾ ਭਾਵ ਕੀ ਹੈ ਕਿ ਜੇ ਅੱਜ ਅਸੀਂ ਜੇ ਅਸੀਂ ਪਹਿਲਾਂ ਗੁਲਾਮ ਸੀਗੇ, ਅੱਜ ਆਜ਼ਾਦ ਹਾਂ, ਤਾਂ ਅਸੀਂ ਦੁਬਾਰਾ ਵੀ ਗੁਲਾਮ ਹੋ ਸਕਦੇ ਹਾਂ। ਕਿਉਂਕਿ ਉਹ ਤਾਕਤਾਂ, ਅੱਜ ਭਾਰਤ ਦਾ ਸੰਵਿਧਾਨ ਜਿਨ੍ਹਾਂ ਤਾਕਤਾਂ ਦੇ ਸਪੁਰਦ ਕੀਤਾ, ਅਸੀਂ ਵੀ ਉਹਦੇ ਵਿੱਚ ਜ਼ਿੰਮੇਦਾਰ ਹਾਂ। ਜਿਨ੍ਹਾਂ ਤਾਕਤਾਂ ਦੇ ਹਵਾਲੇ ਅੱਜ ਅਸੀਂ ਭਾਰਤ ਦਾ ਸੰਵਿਧਾਨ ਕਰ ਦਿੱਤਾ ਹੋਇਆ, ਉਹਨਾਂ ਹੱਥਾਂ ਦੇ ਵਿੱਚ ਭਾਰਤ ਦਾ ਸੰਵਿਧਾਨ ਸੁਰੱਖਿਅਤ ਨਹੀਂ ਹੈ। ਕਹਿਣ ਦਾ ਭਾਵ ਸਾਡੀ ਆਜ਼ਾਦੀ ਉਹਨਾਂ ਹੱਥਾਂ ਦੇ ਵਿੱਚ ਸੁਰੱਖਿਅਤ ਨਹੀਂ ਹੈ। ਜਿੰਨੀ ਜਲਦੀ ਹੋ ਸਕੀਏ, ਜਿਹੜੇ ਵੀ ਉਪਰਾਲੇ ਸਾਨੂੰ ਕਰਨੇ ਪੈਣ, ਅਸੀਂ ਕਰਕੇ ਇਹੋ ਜਿਹੀਆਂ ਤਾਕਤਾਂ ਦੇ ਹੱਥੋਂ ਆਪਣਾ ਭਾਰਤ ਦਾ ਸੰਵਿਧਾਨ ਛੁਡਾਈਏ ਔਰ ਇਹੋ ਜਿਹੇ ਸੁਰੱਖਿਅਤ ਹੱਥਾਂ ਦੇ ਵਿੱਚ ਸੌਂਪੀਏ ਜਿੱਥੇ ਉਹ ਵੀ ਸੁਰੱਖਿਅਤ ਰਹੇ ਤੇ ਸਾਡੀ ਆਜ਼ਾਦੀ ਵੀ ਸੁਰੱਖਿਅਤ ਰਹੇ। ਇਹ ਮੇਰਾ ਤੀਜਾ ਪੁਆਇੰਟ ਸੀ, ਭਾਰਤ ਦੀ, ਸਾਡੇ ਗੁਲਾਮਾਂ ਦੀ ਗੁਲਾਮੀ ਤੇ ਆਜ਼ਾਦੀ ਦੀ ਗੱਲ। ਚੌਥਾ ਪੁਆਇੰਟ ਜਿਹੜਾ ਮੈਂ ਕਿਹਾ ਕਿ ਫਿਲਾਸਫੀਕਲ ਗੱਲ ਜਿਹੜੀ ਮੈਂ ਕਰਨੀ ਹੈ, ਭਾਜੀ ਉਹ ਸ਼ਰਨਜੀਤ ਭਾਜੀ ਤੁਹਾਨੂੰ ਉਹ ਸੰਬੋਧਨ ਉਹ ਗੱਲ, ਜਾਂ ਤੁਹਾਡੀ ਏਜ ਦੇ ਹਰ ਉਸ ਵਿਅਕਤੀ ਨੂੰ ਸੰਬੋਧਨ ਹੈ ਮੇਰੀ ਗੱਲ, ਜਿਸ ਇਨਸਾਨ ਦੀਆਂ ਆਪਣੇ ਜਿਹੜੀਆਂ ਜ਼ਿੰਮੇਵਾਰੀਆਂ ਖਤਮ ਹੋ ਗਈਆਂ, ਜਿਹੜਾ ਆਪਣੀਆਂ ਜ਼ਿੰਮੇਵਾਰੀਆਂ ਤੋਂ ਮੁਕਤ ਹੋ ਗਿਆ। ਗੱਲ ਕੀ ਹੈ, ਮੈਂ ਇੱਕ ਕਹਾਣੀ ਛੋਟੀ ਜਿਹੀ ਸੁਣਾ ਕੇ ਇਸ ਗੱਲ ਨੂੰ ਆਪਣੇ ਮੁਕਾਮ ਤੇ ਪਹੁੰਚਾਉਣਾ ਚਾਹੂੰਗਾ। ਬੜੀ ਪੁਰਾਣੀ ਗੱਲ ਹੈ। ਯੂਨਾਨ ਦੇ ਵਿੱਚ ਦੋ ਫਿਲਾਸਫਰ ਇਕੱਠੇ ਹੋ ਗਏ, ਇੱਕ ਸੀਨੀਅਰ ਫਿਲਾਸਫਰ ਬਜ਼ੁਰਗ ਤੇ ਯੰਗ ਜਿਹੜਾ ਫਿਲਾਸਫੀ ਨੂੰ ਸਮਝਣ ਵਾਲਾ ਹੁੰਦਾ, ਉਹ ਦੋਵੇਂ ਇਕੱਠੇ ਹੋ ਕੇ ਗੱਲਬਾਤ ਕਰਦੇ। ਬਹੁਤ ਸਾਰੇ ਨੁਕਤਿਆਂ ਤੇ ਉਹਨਾਂ ਦੀ ਡਿਸਕਸ਼ਨ ਹੁੰਦੀ ਹੈ। ਤਾਂ ਇੱਕ ਨੁਕਤੇ ਦੇ ਉੱਤੇ ਜੂਨੀਅਰ ਫਿਲਾਸਫਰ ਨੇ ਆਪਣੇ ਸੀਨੀਅਰ ਨੂੰ ਸਵਾਲ ਕੀਤਾ, ਕਹਿੰਦਾ ਸਰ, ਕਹਿੰਦਾ ਮੈਨੂੰ ਇੱਕ ਗੱਲ ਸਮਝ ਨਹੀਂ ਆ ਰਹੀ ਵੀ ਸਮਾਜ ਦੇ ਵਿੱਚ ਜਿਹੜਾ ਬਜ਼ੁਰਗ ਵਰਗ ਹੈ, ਜਿਹੜਾ ਰਿਟਾਇਰਡ ਵਰਗ ਹੈ, ਜਾਂ ਜਿਹੜਾ ਆਪਣੀਆਂ ਜ਼ਿੰਮੇਵਾਰੀਆਂ ਤੋਂ ਮੁਕਤ ਹੋ ਗਿਆ ਸਿਆਣਾ ਵਰਗ ਹੈ, ਜਿਹੜਾ ਵੀ ਸਾਨੂੰ ਕਿੱਦਾਂ ਪਤਾ ਲੱਗੇਗਾ ਵੀ ਉਹ ਵਰਗ ਜਿਹੜਾ ਆ ਉਹ ਸਹੀ ਤਰੀਕੇ ਨਾਲ ਆਪਣੇ ਸਮਾਜ ਨੂੰ ਦਿਸ਼ਾ ਦੇ ਰਿਹਾ, ਜਾਂ ਇਦਾਂ ਦੇ ਜਿੱਦਾਂ ਦੇ ਉਹ ਕੰਮ ਕਰਦਾ ਹੋਵੇ, ਕਿਹੜੇ ਕੰਮਾਂ ਤੋਂ ਪਤਾ ਲੱਗੇਗਾ ਕਿ ਉਹ ਸਹੀ ਕੰਮ ਕਰ ਰਿਹਾ ਜਾਂ ਗਲਤ ਕੰਮ ਕਰ ਰਿਹਾ। ਤਾਂ ਜਿਹੜਾ ਸੀਨੀਅਰ ਫਿਲਾਸਫਰ ਸੀ ਉਹਨੇ ਕਾਫੀ ਮਿਸਾਲਾਂ ਦੇ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਗੱਲ ਉਹਦੇ ਪੱਲੇ ਨਹੀਂ। ਉਹ ਕਹਿੰਦਾ ਕੋਈ ਗੱਲ ਨਹੀਂ, ਹੁਣ ਰਾਤ ਬਹੁਤ ਹੋ ਗਈ ਹੈ, ਆਪਾਂ ਸਵੇਰੇ ਉੱਠ ਕੇ ਦੁਬਾਰਾ ਫਿਰ ਇਸ ਗੱਲ ਤੇ ਡਿਸਕਸ ਕਰਾਂਗੇ। ਤਾਂ ਉਹ ਸਵੇਰੇ ਉੱਠ ਕੇ ਸੈਰ ਕਰਨ ਨਿਕਲ ਜਾਂਦੇ ਦੋਵੇਂ ਬਾਹਰ। ਤਾਂ ਨਿਕਲਦੇ ਸ਼ਹਿਰ ਤੋਂ ਬਾਹਰ ਆ ਜਾਂਦੇ, ਖੇਤਾਂ ਦੇ ਵਿੱਚ ਆ ਜਾਂਦੇ, ਤਾਂ ਦੂਰੋਂ ਦੇਖਦੇ ਆ ਵੀ ਸੜਕ ਦੇ ਕਿਨਾਰੇ ਕੋਈ ਮਜ਼ਦੂਰ ਕੰਮ ਕਰ ਰਿਹਾ। ਉਹਦੇ ਥੋੜਾ ਲੱਗੇ ਜਾਂਦੇ ਆ ਤਾਂ ਦੇਖਦੇ ਆ ਕਿ 80-85 ਸਾਲ ਦੀ ਉਮਰ ਦਾ ਇੱਕ ਬਜ਼ੁਰਗ, ਉਹਨੇ ਇੱਕ ਹੱਥ ਰੇੜਾ ਉਹਦੇ ਕੋਲ ਹੈ, ਉਹ ਰੇੜੇ ਦੇ ਉੱਤੇ ਪਾਣੀ ਦੇ 2-3 ਡਰਮ ਪਏ ਆ, 10-15 ਉੱਤੇ ਪੌਦੇ ਪਏ ਤੇ ਕਹੀ ਪਈ ਹੈ ਤੇ ਹੋਰ ਸਮਾਨ ਛੋਟਾ ਮੋਟਾ ਪਿਆ। ਤੇ ਉਹਨੂੰ ਦੇਖ ਕੇ ਖੜੇ ਹੋ ਕੇ ਉਹਦੀ ਦੇਖਣ ਲੱਗ ਪਏ ਵੀ ਇਹ ਬਜ਼ੁਰਗ ਕਰਦਾ ਕੀ ਹੈ। ਤਾਂ ਉਹ ਬਜ਼ੁਰਗ ਕੀ ਕਰਦਾ ਸੀ, ਸੜਕ ਦੇ ਕਿਨਾਰੇ 1-2 ਫੁੱਟ ਡੂੰਘਾ ਟੋਆ ਕੱਢਦਾ, ਉਹਦੇ ਵਿੱਚ ਇੱਕ ਪੌਦਾ ਲਾਉਂਦਾ, ਉਹਦੇ ਵਿੱਚ ਪਾਣੀ ਪਾਉਂਦਾ ਤੇ ਆਪਣਾ ਹੱਥ ਰੇੜਾ ਲੈ ਕੇ ਅੱਗੇ ਨੂੰ ਚਲੇ ਜਾਂਦਾ। ਇਸੇ ਤਰ੍ਹਾਂ ਉਹਦੇ ਦੇਖਦਿਆਂ 5-7 ਪੌਦੇ ਉਹਨੇ ਲਗਾ ਲਏ।
ਤਾਂ ਉਹ ਸੀਨੀਅਰ ਫਿਲਾਸਫਰ ਕਹਿੰਦਾ ਆਪਣੇ ਜੂਨੀਅਰ ਨੂੰ ਕਹਿੰਦਾ ਆ ਜਾ ਆਪਾਂ ਇਹਦੇ ਨਾਲ ਗੱਲਬਾਤ ਕਰਦੇ ਹਾਂ, ਬਜ਼ੁਰਗ ਹੈ। ਤਾਂ ਉਹ ਬਾਬਾ ਜੀ ਕੋਲ ਗਏ ਤਾਂ ਬਾਬਾ ਜੀ ਧੁੱਪ ਵੀ ਚੜ ਗਈ ਸੀ ਤਾਂ ਬਾਬਾ ਜੀ ਨੂੰ ਪਸੀਨਾ ਆਇਆ ਹੋਇਆ 80-85 ਸਾਲ ਦਾ ਬਜ਼ੁਰਗ, ਉਹਨੂੰ ਦੁਆ ਸਲਾਮ ਕੀਤੀ ਕਿ ਬਾਬਾ ਜੀ, ਪੁੱਛਿਆ ਉਹਨੂੰ ਕਿ ਬਾਬਾ ਜੀ ਕੀ ਕਰ ਰਹੇ ਹੋ? ਤਾਂ ਉਹ ਕਹਿੰਦੇ ਕਾਕਾ ਮੈਂ ਪੌਦੇ ਲਾ ਰਿਹਾ। ਕਹਿੰਦੇ ਕਾਹਦੇ ਪੌਦੇ? ਉਹ ਬਾਬਾ ਬੜਾ ਖੁਸ਼ ਹੋ ਕੇ ਦੱਸਣ ਲੱਗ ਪਿਆ ਵੀ ਆਹ ਫਲਾਂ ਵਾਲੇ ਪੌਦੇ ਆ, ਆਹ ਫੁੱਲਾਂ ਵਾਲੇ ਪੌਦੇ, ਆਹ ਛਾਂ ਵਾਲੇ ਪੌਦੇ ਆ। ਤੇ ਉਹ ਜਿਹੜਾ ਜੂਨੀਅਰ ਸੀਗਾ ਉਹ ਥੋੜਾ ਹੱਸ ਪਿਆ ਦੇਖ ਕੇ ਬਾਬਾ ਜੀ ਵੱਲ ਗੱਲ ਦੇਖ ਕੇ, ਕਹਿੰਦਾ ਬਾਬਾ ਜੀ ਜਦੋਂ ਮੈਂ ਤੁਹਾਡੀ ਉਮਰ ਨੂੰ ਦੇਖਦਾ ਤੇ ਜਦੋਂ ਮੈਂ ਤੁਹਾਡੇ ਕੰਮ ਨੂੰ ਦੇਖਦਾ ਤਾਂ ਮੈਨੂੰ ਹੈਰਾਨੀ ਹੁੰਦੀ ਹੈ ਵੀ ਮੈਨੂੰ ਨਹੀਂ ਲੱਗਦਾ ਵੀ ਤੁਸੀਂ ਆਹ ਜਿਹੜੇ ਪੌਦੇ ਲਾ ਰਹੇ ਆ ਤੁਸੀਂ ਕਦੀ ਇਹਦੀ ਛਾਂ ਮਾਣੋਗੇ ਜਾਂ ਇਹਨਾਂ ਦੇ ਫਲ ਖਾਣ ਦਾ ਤੁਹਾਨੂੰ ਮੌਕਾ ਮਿਲੇਗਾ। ਤਾਂ ਉਹ ਬਜ਼ੁਰਗ ਨੇ ਬੜੀ ਸਿਆਣੀ ਗੱਲ ਕੀਤੀ, ਕਹਿੰਦਾ ਕਾਕਾ ਮੈਨੂੰ ਕਹਿੰਦਾ ਚੰਗੀ ਤਰ੍ਹਾਂ ਪਤਾ ਇਸ ਗੱਲ ਦਾ ਜਿਹੜੀ ਤੂੰ ਗੱਲ ਮੈਨੂੰ ਕਹਿ ਰਿਹਾ ਕਿ ਆਹ ਜਿਹੜੇ ਮੈਂ ਬੂਟੇ ਆ ਲਾ ਰਿਹਾ ਨਾ ਤਾਂ ਮੈਂ ਇਹਨਾਂ ਦੇ ਫਲ ਖਾਣੇ ਆ ਨਾ ਮੈਂ ਇਹਨਾਂ ਦੀ ਛਾਂ ਵਿੱਚ ਬਹਿਣਾ, ਮੈਨੂੰ ਇਸ ਗੱਲ ਦਾ ਪੂਰੀ ਤਰ੍ਹਾਂ ਪਤਾ। ਫਿਰ ਕਹਿੰਦਾ ਫਿਰ ਤੁਸੀਂ ਕਿਉਂ ਕਰ ਰਹੇ ਹੋ, ਇੰਨਾ ਕਸ਼ਟ ਕਿਉਂ ਸਹਿ ਰਹੇ ਹੋ? ਕਹਿੰਦਾ ਕਾਕਾ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਬੜੇ ਫਲ ਖਾਧੇ ਆ, ਬੜੇ ਰੁੱਖਾਂ ਦੀ ਛਾਂ ਦੇ ਵਿੱਚ ਬੈਠਾ, ਬੜੇ ਫੁੱਲਾਂ ਦੀਆਂ ਖੁਸ਼ਬੂ ਮਾਣੀਆਂ, ਪਰ ਕਹਿੰਦਾ ਉਹਨਾਂ ਵਿੱਚੋਂ ਇੱਕ ਵੀ ਪੌਦਾ ਮੈਂ ਨਹੀਂ ਲਾਇਆ ਹੋਇਆ ਸੀ, ਮੇਰੇ ਵਾਸਤੇ ਕਿਸੇ ਨੇ ਲਾਇਆ ਹੋਇਆ ਸੀ, ਪਰ ਉਹਦਾ ਫਾਇਦਾ ਉਹ ਮੈਨੂੰ ਹੋਇਆ। ਤਾਂ ਕਹਿੰਦਾ ਇਸ ਕਰਕੇ ਇਹ ਜਿਹੜੇ ਮੈਂ ਪੌਦੇ ਲਾ ਰਿਹਾ ਇਹ ਮੈਂ ਆਪਣੀ ਅਗਲੀ ਪੀੜ੍ਹੀ ਵਾਸਤੇ ਲਾ ਰਿਹਾ, ਮੈਨੂੰ ਕਹਿੰਦਾ ਪਤਾ ਹੈ ਮੈਂ ਨਹੀਂ ਇਹਦਾ ਸੁੱਖ ਮੰਨਦਾ। ਤਾਂ ਉਹਦੀ ਗੱਲ ਸੁਣ ਕੇ ਉਹ ਦੋਵੇਂ ਆਪਣੇ ਰਾਹ ਤੁਰ ਪਏ। ਤਾਂ ਫਿਰ ਉਹ ਜਿਹੜਾ ਸੀਨੀਅਰ ਫਿਲਾਸਫਰ ਸੀ ਉਹਨੇ ਉਹਨੂੰ ਕਿਹਾ ਜੂਨੀਅਰ ਨੂੰ, ਕਹਿੰਦਾ ਕਾਕਾ ਹੁਣ ਤੈਨੂੰ ਗੱਲ ਸਮਝ ਆਈ ਕਿ ਨਹੀਂ ਕਿ ਜਿਸ ਸਮਾਜ ਦੇ ਅੰਦਰ ਇਹੋ ਜਿਹੇ ਬਜ਼ੁਰਗ ਹੋਣਗੇ ਜਿਨ੍ਹਾਂ ਨੂੰ ਪਤਾ ਹੈਗਾ ਕਿ ਮੈਂ ਜੋ ਕੰਮ ਕਰ ਰਿਹਾ ਨੇਕੀ ਦਾ ਉਹਦਾ ਫਾਇਦਾ ਮੈਨੂੰ ਨਹੀਂ ਮਿਲਣਾ ਪਰ ਮੇਰੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਮਿਲਣਾ, ਜਿਸ ਸਮਾਜ ਦੇ ਅੰਦਰ ਇਹੋ ਜਿਹੇ ਬਜ਼ੁਰਗ ਹੋਣਗੇ ਤਾਂ ਸਮਝ ਲਿਓ ਕਿ ਉਹ ਸਮਾਜ ਸਹੀ ਦਿਸ਼ਾ ਵੱਲ ਜਾ ਰਿਹਾ। ਤਾਂ ਅੱਜ ਭਾਜੀ ਸਰਨਜੀਤ ਭਾਜੀ ਰਿਟਾਇਰਡ ਵਰਗ ਹੋਰ ਵੀ ਸਾਡੇ ਸਾਥੀ ਇੱਥੇ ਬੈਠੇ ਬਜ਼ੁਰਗ ਬੈਠੇ ਆ, ਮੈਂ ਤੁਹਾਨੂੰ ਸਾਰਿਆਂ ਨੂੰ ਇਹ ਹੱਥ ਜੋੜ ਕੇ ਬੇਨਤੀ ਕਰਦਾ ਕਿ ਅੱਜ ਆਪਾਂ ਆਪਣੀਆਂ ਜ਼ਰੂਰਤਾਂ ਤੋਂ ਉੱਪਰ ਉੱਠਦੇ ਹੋਏ ਇਹੋ ਜਿਹਾ ਕੰਮ ਕਰਨ ਦੀ ਕੋਸ਼ਿਸ਼ ਕਰੀਏ ਸਮਾਜ ਦੇ ਅੰਦਰ ਕਿ ਜਿਹਦਾ ਸਾਨੂੰ ਤਾਂ ਕੋਈ ਫਾਇਦਾ ਨਾ ਮਿਲੇ ਜਾਂ ਨਾ ਮਿਲੇ ਪਰ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਜ਼ਰੂਰ ਮਿਲੇ। ਆ ਤੁਹਾਡੇ ਲਾਗੇ ਪਿੰਡ ਜਿਹੜਾ ਟੱਲੇਵਾਲ ਡਾਕਟਰ ਸਾਹਿਬ ਨੇ ਵੀ ਗੱਲ ਕੀਤੀ ਹੈ, ਪ੍ਰਬੁੱਧ ਭਾਰਤ ਫਾਊਂਡੇਸ਼ਨ ਵੱਲੋਂ ਅੰਬੇਡਕਰ ਸਕੂਲ ਆਫ ਥਾਟ ਬਣਾਉਣ ਲਈ ਜਿਹੜੀ 3 ਏਕੜ ਆਪਾਂ ਲੈਂਡ ਲਈ ਹੈ ਉਹਦਾ ਕੋਈ ਵੀ ਅਸੀਂ ਕਿਸੇ ਵੀ ਪੈਮਾਨੇ ਦੇ ਉੱਤੇ ਉਹਦਾ ਪ੍ਰਚਾਰ ਪ੍ਰਸਾਰ ਨਹੀਂ ਕੀਤਾ। ਕਿਉਂਕਿ ਉਹ ਆਉਣ ਵਾਲੀਆਂ ਪੀੜ੍ਹੀਆਂ ਦਾ ਸਰਮਾਇਆ। ਇਸ ਕਰਕੇ ਉੱਥੇ ਦਾ ਆਪਾਂ ਕੰਮ ਕਰਨਾ, ਆਪਾਂ ਬੀਜ ਬੀਜਣੇ ਆ, ਦਰਖਤ ਜਿਹੜੇ ਜਦੋਂ ਬਣਨੇ ਆ ਉਹ ਇਹ ਜਿਹੜੀ ਪੀੜ੍ਹੀ ਹੈ ਜਦੋਂ ਇਹਨੇ ਵੱਡੀ ਹੋਣਾ ਇਹਨੇ ਉਹਦੇ ਆਨੰਦ ਮਾਣਨੇ। तो इस करके मैं सारे सारे रिटायर्ड साथियों को बेनती करना कि अपना समा कढ़ के उत्थे समा दिया करो। बड़ी जल्दी आप उत्थे ईवनिंग स्कूल जो स्टार्ट कर जा रहे हैं। इंग्लिश मैथ ते साइंस ये 3 सबजैक्ट है जिहदे विच साडे बच्चे कमजोर पाए जाते हैं और इन्हां तिन्नां ही सबजैक्टां दे नाल तुसीं वर्ल्ड लेवल ते कंपीट कर सकते हैं और इन्हां ही 3 सबजैक्टां नूं आपां उत्थे अच्छे टीचरां दी रहनुमाई दे हेठ पढ़ाउणा बच्चों ने। तो आप सारे ने रल मिल के जो बाबा साहब डॉक्टर अंबेडकर ने सानू जो रास्ता दिखाया होया, बाबा साहब डॉक्टर अंबेडकर ने साडे लई जिहड़ा जिम्मा लाया होया कि इस देश के अंदर लोकतंत्र नूं बहाल करना, इस देश के अंदर संविधान की विचारधारा नूं बहाल करना, ये साडी जिम्मेदारी है। कि बाबा साहब डॉक्टर अंबेडकर साडे तो आस करके गए हैं, तो ये असीं लोकतंत्र किदां बहाल कर सकते हैं। इस लोकतंत्र नूं जां बाबा साडे पुरखियां दी विचारधारा नूं बहाल करना सब तो बड़ा तरीका जिहड़ा आ वो इस देश दीआं मावां भैणां धीआं कर सकदियां। वो किदां कर सकदियां? बीबियो बजुर्गो बीबियो मैनूं एक सवाल का जवाब तुहाडे कोल मैं लैना चाहुंदा। अज क्या किसी भी बीबी ने कभी ये सुपना लिया कि मेरी कुख दे विचों अंबेडकर पैदा हो? कि कभी किसी बीबी ने सुपना लिया कि मैं अंबेडकर पैदा करूं? जिधर इस देश की बीबियां ये सुपना लैन लग पईयां तां घर घर अंबेडकर पैदा होने शुरू हो गए। इस करके
ਬਾਬਾ ਸਾਹਿਬ ਡਾਕਟਰ ਅੰਬੇਡਕਰ ਉਹਦਾ ਫਲਸਫਾ ਤੁਸੀਂ ਅਗਲੀਆਂ ਪੀੜ੍ਹੀਆਂ ਤੱਕ ਲੈ ਕੇ ਜਾਣਾ, ਇਹ ਤੁਹਾਡੀ ਜ਼ਿੰਮੇਵਾਰੀ ਹੈ। ਹਰ ਉਸ ਪੜ੍ਹੀ ਲਿਖੀ ਔਰਤ ਦੀ ਜ਼ਿੰਮੇਵਾਰੀ ਹੈ ਕਿ ਜਿਹੋ ਜਿਹਾ ਸਮਾਜ ਅਸੀਂ ਸਿਰਜਣਾ ਚਾਹੁੰਦੇ ਹਾਂ, ਜਿਹੋ ਜਿਹਾ ਨਾਗਰਿਕ ਤੁਸੀਂ ਇਸ ਦੇਸ਼ ਦੇ ਅੰਦਰ ਪੈਦਾ ਕਰਨੀਆਂ ਚਾਹੁੰਦੇ ਆ, ਉਹਦੀ ਜਿਹੜੀ ਸਿੱਖਿਆ ਆ ਉਹ ਤੁਹਾਡੇ ਕੋਲੋਂ ਮਿਲਣੀ ਹੈ। ਤੇ ਤੁਹਾਨੂੰ ਚਾਹੀਦਾ ਕਿ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੂੰ ਪੜ੍ਹੋ। ਅੱਜ ਦਾ ਮੋਬਾਈਲ ਹਰ ਲੇਡੀ ਦੇ ਕੋਲ ਹੈ, ਗੂਗਲ ਸਰਚ ਕਰੋ, ਬਾਬਾ ਸਾਹਿਬ ਦੀਆਂ ਸਾਰੀਆਂ ਲਿਖਤਾਂ ਤੁਹਾਨੂੰ ਉੱਥੇ ਮਿਲ ਜਾਣਗੀਆਂ ਜਦੋਂ ਵੀ ਟਾਈਮ ਲੱਗਦਾ। ਆ ਜਿਹੜੇ ਸਾਸ ਬਹੂ ਸੀਰੀਅਲ ਹੈ ਨਾ, ਇਹਨਾਂ ਨੂੰ ਦੇਖਣਾ, ਹੱਥ ਜੋੜ ਕੇ ਕਹਿਣਾ, ਇਹਨਾਂ ਨੂੰ ਦੇਖਣਾ ਛੱਡ ਦਿਓ। ਔਰ ਮੈਂ ਤਾਂ ਸਾਰਿਆਂ ਨੂੰ ਇਹ ਗੱਲ ਕਹਿਣਾ ਕਿ ਆਪਣੇ ਘਰਾਂ ਦੇ ਵਿੱਚੋਂ ਟੀਵੀ ਜਿਹੜਾ ਨਾ ਉਹਦਾ ਕੇਬਲ ਕਨੈਕਸ਼ਨ ਕਟਾ ਦਿਓ। ਇਹ ਟੀਵੀ ਨਹੀਂ ਹੈਗਾ, ਇਹ ਤੁਹਾਡੇ ਸਾਹਮਣੇ ਤੁਹਾਡੇ ਘਰ ਦੇ ਵਿੱਚ ਇੱਕ ਖਾਸ ਤਰ੍ਹਾਂ ਦੀ ਵਿਚਾਰਧਾਰਾ ਦਾ ਕਾਰਜਕਰਤਾ ਬੈਠਾ ਹੋਇਆ ਤੁਹਾਡੇ ਘਰ ਦੇ ਵਿੱਚ, ਜਿਹੜਾ ਅਨਕੌਂਸ਼ੀਅਸਲੀ ਜਿਹੜਾ ਤੁਹਾਡੇ ਦਿਮਾਗਾਂ ਦੇ ਵਿੱਚ ਉਹੀ ਚੀਜ਼ਾਂ ਭਰਦਾ ਜਾ ਰਿਹਾ ਜਿਹੜੀ ਉਹ ਭਰਨਾ ਚਾਹੁੰਦੇ ਆ। ਸੋ ਇਸ ਕਰਕੇ ਇਹਨਾਂ ਚੀਜ਼ਾਂ ਨੂੰ ਤਿਆਗੋ। ਚੰਗੀ ਸੋਚ ਆਪਣੇ ਬੱਚਿਆਂ ਲਈ ਵੱਡੇ ਸੁਪਨੇ ਰੱਖੋ, ਆਪਣੇ ਬੱਚਿਆਂ ਨੂੰ ਵੱਡੇ ਇਨਸਾਨ ਬਣਨ ਲਈ ਪ੍ਰੇਰਿਤ ਕਰੋ। ਹਮੇਸ਼ਾ ਹੀ ਆਪਣੇ ਧੀ ਜਾਂ ਪੁੱਤ ਦੇ ਦਿਮਾਗ ਦੇ ਵਿੱਚ ਇਹੀ ਗੱਲ ਪਾਓ, ਪੁੱਤਰ ਇਹ ਤੇਰਾ ਜਨਮ ਬਹੁਤ ਵੱਡਾ ਕੰਮ ਕਰਨ ਲਈ ਪੈਦਾ ਹੋਇਆ, ਤੂੰ ਕੋਈ ਆਮ ਇਨਸਾਨ ਨਹੀਂ ਹੈ, ਤੂੰ ਬਹੁਤ ਵੱਡਾ ਕੰਮ ਕਰਨਾ। ਇਹੋ ਜਿਹੀ ਵਿਚਾਰਧਾਰਾ ਅਸੀਂ ਆਪਣੇ ਬੱਚਿਆਂ ਨੂੰ ਦੇਈਏ ਔਰ ਸਮਾਜ ਦੇ ਅੰਦਰ ਜਿਹੜੀ ਭਾਈਚਾਰਕ ਸਾਂਝ ਹੈ ਉਹ ਪੈਦਾ ਕਰੀਏ। ਇੱਕ ਦੂਜੇ ਨਾਲ ਜਿਹੜੇ ਛੋਟੇ ਸਾਡੇ ਮਨ ਮੁਟਾਵ ਆ, ਸਾਡੀਆਂ ਲੜਾਈਆਂ ਆ, ਸਾਡੇ ਝਗੜੇ ਆ, ਉਹਨਾਂ ਨੂੰ ਅਸੀਂ ਨਾ ਲੜੀਏ। ਇੱਕ ਦੂਜੇ ਨਾਲ ਭੈਣਾਂ ਭਰਾਵਾਂ ਦੀ ਤਰ੍ਹਾਂ ਪਿਆਰ ਦੇ ਨਾਲ ਸਮਾਜ ਦੇ ਵਿੱਚ ਭਾਈਚਾਰੇ ਦੇ ਨਾਲ ਰਹਿਣਾ ਸਿੱਖੀਏ। ਇਹੀ ਸਾਡੇ ਮਹਾਂਪੁਰਸ਼ਾਂ ਨੇ ਸਾਨੂੰ ਸਿਖਾਇਆ। ਜੇਕਰ ਆਪਾਂ ਇਹਨਾਂ ਨੁਕਤਿਆਂ ਦੇ ਉੱਤੇ ਚੱਲਾਂਗੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਸਮਾਜ ਦਾ ਭਵਿੱਖ ਉਜਵਲ ਹੋਏਗਾ। ਜੇਕਰ ਆਪਾਂ ਇਹਨਾਂ ਚੀਜ਼ਾਂ ਨੂੰ ਨਜ਼ਰਅੰਦਾਜ਼ ਕਰਾਂਗੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਗੁਲਾਮੀ ਜਿਹੜੀ ਆ ਉਹਦੇ ਵੱਲ ਤਾਂ ਅਸੀਂ ਤੁਰ ਹੀ ਪਏ ਹੋਏ ਹਾਂ। ਆਪਾਂ ਗੁਲਾਮ ਬਣਨਾ ਨਹੀਂ ਹੈ। ਸਾਡੇ ਪੁਰਖਿਆਂ ਨੇ ਬੜੀ ਮੁਸ਼ਕਲ ਨਾਲ ਸਾਨੂੰ ਆਜ਼ਾਦ ਕਰਵਾਇਆ ਤੇ ਇਹ ਆਜ਼ਾਦੀ ਨੂੰ ਆਪਾਂ ਬਰਕਰਾਰ ਰੱਖਣਾ ਔਰ ਇਹਦੀ ਜ਼ਿੰਮੇਵਾਰੀ ਆਪਣੇ ਸਿਰ ਤੇ। ਤੋ ਇਹਨਾਂ ਗੱਲਾਂ ਦੇ ਨਾਲ ਮੈਂ ਆਪਣੀ ਗੱਲ ਸਮਾਪਤ ਕਰਦਾ। ਕੋਈ ਅੱਖਰ ਵਾਧਾ ਘਾਟਾ ਕਹਿ ਗਿਆ ਹੋਵੇ, ਕਿਸੇ ਦੀ ਸ਼ਾਨ ਦੇ ਖਿਲਾਫ ਕੁਝ ਬੋਲਿਆ ਹੋਵੇ ਤਾਂ ਹੱਥ ਜੋੜ ਕੇ ਮਾਫੀ ਮੰਗਦਾ। ਸਾਰਿਆਂ ਨੂੰ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਜੈ ਭੀਮ, ਜੈ ਭਾਰਤ।